This is Sherry Punjab Radio, AM 600, Vancouver. ਪੰਜਾਬ ਨਹੀਂ ਬਲਕਿ ਉੱਤਰੀ ਭਾਰਤ ਨਹੀਂ ਬਲਕਿ ਸਾਰੇ ਭਾਰਤ ਤੇ ਬਹੁਤ ਸਾਰੇ ਜਿਹੜੇ ਪੰਜਾਬੀ ਮੂਲ ਦੇ ਲੋਕ ਨੇ ਉਹਨਾਂ ਨੇ ਇਸ ਮੁਕੱਦਮੇ ਬਾਰੇ ਲਾਜ਼ਮੀ ਸੁਣਿਆ ਹੋਣਾ ਹੈ, ਇਸ ਕਤਲ ਦੇ ਬਾਰੇ ਲਾਜ਼ਮੀ ਸੁਣਿਆ ਹੋਏਗਾ ਤੁਸੀਂ। ਸਿੱਪੀ ਸਿੱਧੂ ਦੀ ਗੱਲ ਕਰਦੇ ਹਾਂ ਆਪਾਂ। ਸਿੱਪੀ ਸਿੱਧੂ ਜਿਹੜਾ ਕਿ ਜੱਜ ਦਾ ਪੋਤਾ ਸੀ ਅਤੇ ਉਹਦੀ ਦੋਸਤ ਲੜਕੀ ਜਿਹੜੀ ਕਿ ਪਰਿਵਾਰ ਦੇ ਨਾਲ ਬਹੁਤ ਨੇੜੇ ਸੀਗੀ, ਉਹ ਜੱਜ ਦੀ ਕੁੜੀ ਹੈ, ਪੜ੍ਹਾਉਂਦੀ ਹੈ ਚੰਡੀਗੜ੍ਹ ਦੇ ਕਿਸੇ ਕਾਲਜ ਦੇ ਵਿੱਚ। ਸਿੱਪੀ ਸਿੱਧੂ ਜਿਹੜਾ ਕਿ ਨੈਸ਼ਨਲ ਲੈਵਲ ਦਾ ਸ਼ੂਟਰ ਸੀਗਾ, ਵਕੀਲ ਸੀਗਾ, ਕਾਰੋਬਾਰੀ ਸੀਗਾ, ਉਸ ਦਾ ਕਤਲ ਹੋਇਆ ਤੇ ਦੋਸ਼ ਲੱਗਿਆ ਕਿ ਉਹਦਾ ਕਤਲ ਹੋਰ ਕਿਸੇ ਨੇ ਨਹੀਂ ਬਲਕਿ ਕਥਿਤ ਤੌਰ ਤੇ ਉਹਦੀ ਦੋਸਤ ਲੜਕੀ ਨੇ ਕੀਤਾ ਹੈ ਤੇ ਕਰਵਾਇਆ। ਇਹਦੇ ਬਾਰੇ ਹਾਲ ਹੀ ਵਿੱਚ ਕਲਿਆਣੀ ਸਿੰਘ ਨਾਂ ਦੀ ਇਸ ਸਸਪੈਕਟ ਲੜਕੀ ਦੀ ਜ਼ਮਾਨਤ ਹੋਈ ਹੈ, ਜਿਹਦੇ ਬਾਰੇ ਇੱਕ ਵਾਰ ਫੇਰ ਬਹੁਤ ਸਾਰੀ ਚਰਚਾ ਹੋਈ। ਸਿੱਪੀ ਸਿੱਧੂ ਦਾ ਭਾਈ ਜੀਪੀ ਸਿੱਧੂ ਤੇ ਉਹਨਾਂ ਦੇ ਮਾਤਾ ਜੀ ਲਗਾਤਾਰ ਆਖ ਰਹੇ ਨੇ ਕਿ ਬਹੁਤ ਸਾਰਾ ਕਾਲਾ ਮਾਲਾ ਹੈ ਅਦਾਲਤਾਂ ਦੇ ਵਿੱਚ। ਜੇਕਰ ਪਹੁੰਚ ਵਾਲੇ ਪਰਿਵਾਰ ਵੀ ਇਉਂ ਕਰਕੇ ਖਪਚ ਰਹੇ ਨੇ ਅਦਾਲਤਾਂ 'ਚ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ। ਜੀਪੀ ਸਿੱਧੂ ਸਾਹਿਬ ਅੱਜ ਸਵੇਰ ਸਾਰ ਸਾਡੇ ਲਈ ਜਾਗੇ ਨੇ, ਚੰਡੀਗੜ੍ਹ ਤੋਂ ਸਾਡੇ ਨਾਲ ਇਸ ਵਕਤ ਸ਼ਾਮਲ ਨੇ। ਇਸ ਕੇਸ ਦੀਆਂ ਬਾਰੀਕ ਗੱਲਾਂ ਤੇ ਉਹਨਾਂ ਦੀ ਉਦਾਸੀ ਦਾ ਕਾਰਨ ਸਾਡੇ ਨਾਲ ਸਾਂਝਾ ਕਰਨਗੇ। ਜੀਪੀ ਸਿੱਧੂ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸਿੱਧੂ ਸਾਹਿਬ, ਕਹਾਣੀ ਆਪਾਂ ਇੱਕ ਦਿਨ ਪਹਿਲਾਂ ਵੀ ਇਹਦੇ ਬਾਰੇ ਜ਼ਿਕਰ ਕੀਤਾ ਸੀ। ਮੈਂ ਚਾਹਾਂਗਾ ਕਿ ਸੰਖੇਪ ਦੇ ਵਿੱਚ ਜੇਕਰ ਆਪਣੇ ਮੂੰਹੋਂ ਬੋਲ ਕੇ ਸੁਣਾਉਣਾ ਚਾਹੋ ਤਾਂ ਉੱਥੋਂ ਫਿਰ ਗੱਲ ਸ਼ੁਰੂ ਕਰੀਏ ਆਪਾਂ। ਬਿਲਕੁਲ ਭਾਜੀ, ਬਿਲਕੁਲ ਜੀ। ਹਾਂਜੀ, ਐਕਚੁਅਲੀ ਜੀ ਆਹ ਜਿਹੜੀ ਕਲਿਆਣੀ ਕੁੜੀ ਹੈ ਜੀ, ਐਕਚੁਅਲੀ ਨਾ ਸਾਡੇ ਇਹਨਾਂ ਦੀ ਫੈਮਿਲੀ ਨਾਲ 30 ਸਾਲ ਦੇ ਰਿਲੇਸ਼ਨ ਸੀਗੇ ਜੀ ਇਹਨਾਂ ਨਾਲ। ਬਿਕੋਜ਼ ਸਾਡੀ ਵੀ ਜੀ ਜੁਡੀਸ਼ੀਅਲ ਫੈਮਿਲੀ ਹੈ। ਬਿਕੋਜ਼ ਗ੍ਰੈਂਡਫਾਦਰ ਹੀ ਵਾਜ਼ ਆਲਸੋ ਅ ਹਾਈ ਕੋਰਟ ਜੱਜ, ਫਾਦਰ ਵਾਜ਼ ਇਨ ਦ ਏਜੀ ਆਫਿਸ, ਮੇਰੇ ਬ੍ਰਦਰ ਖੁਦ ਲਾਇਰ ਸੀਗੇ, ਮੈਂ ਵੀ ਖੁਦ ਲਾਇਰ ਹਾਂ। ਤੇ ਸਾਡੇ ਭਾਜੀ, ਮੈਂ ਬਾਹਲੀਆਂ ਲੰਬੀਆਂ ਗੱਲਾਂ 'ਚ ਨਹੀਂ ਜਾਂਦਾ, ਮੈਂ ਤੁਹਾਨੂੰ ਬਰੀਫਲੀ ਗੱਲ ਦੱਸਦਾ ਕਿ ਸਾਡੇ ਨਾ 30 ਸਾਲ ਦੇ ਇਹਨਾਂ ਨਾਲ ਰਿਲੇਸ਼ਨ ਸੀਗੇ। ਸੋ ਸ਼ੀ ਵਾਂਟਡ ਟੂ ਮੈਰੀ ਮਾਈ ਬ੍ਰਦਰ। 20 ਸਤੰਬਰ 2015 ਨੂੰ ਮੇਰੇ ਭਰਾ ਦਾ, ਸਿੱਪੀ ਸਿੱਧੂ ਮੇਰੇ ਵੱਡੇ ਵੀਰ ਦਾ, ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਐਂਡ ਮੈਂ ਤੁਹਾਨੂੰ ਰੀਜ਼ਨ ਵੀ ਦੱਸਦਾ ਇਹਦਾ ਕਤਲ ਦਾ ਕੀ ਹੈ। ਬਿਕੋਜ਼ ਫਰੋਮ ਦਾ ਡੇ 1 ਅਸੀਂ ਕਹਿ ਰਹੇ ਹਾਂ ਕਿ ਆਹ ਜਸਟਿਸ ਸਬੀਨਾ, ਉਹ ਹਾਈ ਕੋਰਟ ਜੱਜ ਹੈ ਜੀ ਹੁਣ ਹਿਮਾਚਲ ਪ੍ਰਦੇਸ਼ ਦੀ, ਉਹ ਫਿਰ ਐਕਟਿੰਗ ਚੀਫ ਜਸਟਿਸ ਬਣ ਗਏ ਸੀਗੇ ਹਿਮਾਚਲ ਪ੍ਰਦੇਸ਼ ਦੇ। ਉਹ ਇਨਵੋਲਵਡ ਹੈ ਇਸ 'ਚ। ਉਹਨਾਂ ਦੀ ਧੀ ਕਲਿਆਣੀ ਸਿੰਘ ਉਹ ਇਨਵੋਲਵਡ ਹੈ ਤੇ ਉਹਨਾਂ ਦਾ ਹਸਬੈਂਡ ਐਡਵੋਕੇਟ ਪਰਮਿੰਦਰ ਸਿੰਘ ਇਨਵੋਲਵਡ ਹੈ ਜੀ ਇਸ 'ਚ। ਹਾਂਜੀ, ਤੁਸੀਂ ਕਿਹਾ ਕਿ ਉਹ ਵਿਆਹ ਕਰਨਾ ਚਾਹੁੰਦੀ ਸੀ ਸਿੱਪੀ ਸਿੱਧੂ ਦੇ ਨਾਲ। ਇਹ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਉਹ ਚਾਹੁੰਦੀ ਸੀ, ਸਿੱਪੀ ਨਹੀਂ ਸੀ ਚਾਹੁੰਦਾ, ਕਿ ਦੋਹੇ ਚਾਹੁੰਦੇ ਸੀਗੇ? ਬਾਅਦ ਵਿੱਚ ਕੁਝ ਘਟਨਾ ਵਾਪਰੀ ਕਿ ਆਪਸੀ ਰਿਸ਼ਤਾ ਜਿਹੜਾ ਕੜਤਨ 'ਚ ਬਦਲ ਗਿਆ। ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਮੇਰੇ ਫਾਦਰ ਸਾਹਿਬ 2008 'ਚ ਐਕਸਪਾਇਰ ਹੁੰਦੇ ਹੈ। ਉਸ ਤੋਂ ਬਾਅਦ ਇਹਨਾਂ ਦਾ, ਬਿਕੋਜ਼ ਸਾਡੇ 30 ਸਾਲ ਦੇ ਫੈਮਿਲੀ ਰਿਲੇਸ਼ਨ ਸੀਗੇ, ਇਹਨਾਂ ਦਾ ਸਾਡੇ ਆਉਣਾ ਜਾਣਾ ਬਹੁਤ ਹੋ ਗਿਆ ਘਰ 'ਚ। ਹੁਣ ਸਿੱਪੀ ਵੀ ਨੋ ਡਾਊਟ ਉਸ ਟਾਈਮ ਸਿੱਪੀ ਵੀ ਚਾਹੁੰਦਾ ਸੀਗਾ 2008 'ਚ। ਦ ਥਿੰਗ ਵਾਜ਼ ਸਿੱਪੀ ਨੂੰ ਇਹਦੀਆਂ ਕੁਛ ਓਬਜੈਕਸ਼ਨੇਬਲ ਪਿਕਚਰਸ ਇਹਦੇ ਹੱਥ ਲੱਗ ਗਈਆਂ। ਐਂਡ ਭਾਜੀ ਮੈਂ ਹੁਣ, ਬਿਕੋਜ਼ ਆਹ ਗੱਲਾਂ ਅਸੀਂ ਚਲੋ ਪਹਿਲਾਂ ਤਾਂ ਬਹੁਤ ਲੁਕੋਈਆਂ, ਬਿਕੋਜ਼ ਹੁਣ ਤਾਂ ਦੇਖੋ ਚਾਰਜਸ਼ੀਟ ਵੀ ਫਾਈਲ ਹੋ ਗਈ ਹੈ ਐਂਡ ਚਾਰਜਸ਼ੀਟ ਸਾਰਾ ਕੁਛ ਲਿਖਤਾ ਹੈ। ਇਹਦੇ ਆਪਦੇ ਮਟਰਨਲ ਅੰਕਲ ਨਾਲ ਓਬਜੈਕਸ਼ਨੇਬਲ ਇਹਦੇ ਫਿਜ਼ੀਕਲ ਰਿਲੇਸ਼ਨ ਸੀਗੇ ਕੁੜੀ ਦੇ। ਸਿੱਪੀ ਨੂੰ ਇਹਦੇ ਹੋਰ ਮੁੰਡਿਆਂ ਨਾਲ ਸਾਰੇ ਰਿਲੇਸ਼ਨਸ ਪਤਾ ਚੱਲ ਜਾਂਦੇ ਹੈ। ਸਿੱਪੀ ਨੇ ਉਹ ਫੋਟੋਆਂ ਇਹਦੀ ਸਾਵੀਂ ਮਾਂ ਨੂੰ ਭੇਜਤੀਆਂ ਐਂਡ ਇਹਦੇ ਪਿਓ ਨੂੰ ਭੇਜਤੀਆਂ। ਇਹਨਾਂ ਸਿੱਪੀ ਨੇ ਬਸ ਆਹੀ ਗੱਲ ਆਖੀ ਕਿ ਅੰਕਲ ਹਾਊ ਕੈਨ ਆਈ ਮੈਰੀ ਹਰ, ਸ਼ੀ ਇਜ਼ ਇਨਵੋਲਵਡ ਵਿਦ ਹਰ ਮਟਰਨਲ ਅੰਕਲ ਐਂਡ ਅਦਰ ਗਾਈਜ਼। ਸੋ ਭਾਜੀ ਜਿਹੜਾ ਮੇਨ ਰੀਜ਼ਨ ਹੈ, ਪੁਆਇੰਟ ਆਫ ਇਨਵੈਸਟੀਗੇਸ਼ਨ ਆ ਹੋਇਆ ਇਸ ਕਰਕੇ। ਐਂਡ ਭਾਜੀ ਤੁਸੀਂ ਮੰਨੋਗੇ ਨਹੀਂ, ਜਿਸ ਦਿਨ ਮਰਡਰ ਹੋਇਆ ਰਾਤ ਨੂੰ ਮੇਰੇ ਮਾਤਾ ਜੀ ਨੇ ਕਾਲ ਕੀਤੀ, ਉੱਥੋਂ ਦੀ SHO ਨੇ ਪਿਕ ਕੀਤੀ ਹੈ। ਐਂਡ ਉਦੋਂ ਹੀ ਮਾਤਾ ਜੀ ਨੇ ਤਾਂ ਉਸ ਟਾਈਮ ਹੀ ਕਹਿਤਾ ਸੀਗਾ ਕਿ ਸਿੱਪੀ ਨਾਲ, ਬਿਕੋਜ਼ ਸਿੱਪੀ ਨੂੰ ਇਹਨਾਂ ਨੇ ਨਾ ਪਲੈਨਿੰਗ ਕੀਤੀ ਹੈ। ਐਂਡ ਮੈਂ ਪਲੈਨਿੰਗ ਦਾ ਵੀ ਤੁਹਾਨੂੰ ਐਗਜ਼ੈਕਟਲੀ ਦੱਸਦਾ। ਆਹ ਜਿਹੜੀਆਂ ਫੋਟੋਜ਼ ਵਾਇਰਲ ਸਿੱਪੀ ਨੇ ਇਹਦੇ ਮਾਂ ਪਿਓ ਨੂੰ ਭੇਜੀਆਂ ਸੀਗੀਆਂ, ਉਹਨਾਂ ਨੂੰ ਦਿੱਤੀਆਂ ਸੀਗੀਆਂ 2014 ਦੀ ਗੱਲ ਹੈ, ਨਵੰਬਰ 'ਚ। ਉਸ ਤੋਂ ਬਾਅਦ ਇਹਨਾਂ ਦੇ ਰਿਲੇਸ਼ਨਸ ਖਰਾਬ ਹੋ ਜਾਂਦੇ ਹੈ। ਐਂਡ ਉਸ ਟਾਈਮ ਫਿਰ ਇੱਧਰ ਦੇ ਮਾਂ ਪਿਓ ਜਸਟਿਸ ਸਬੀਨਾ ਤੇ ਇਹਦੇ ਜਿਹੜਾ ਡੈਡੀ ਹੈ ਕੁੜੀ ਦਾ, ਉਹ ਸਾਡੇ ਘਰੇ ਵੀ ਆਉਂਦੇ ਹੈ, ਮਾਤਾ ਜੀ ਨੂੰ ਮਿਲ ਕੇ ਜਾਂਦੇ ਹੈ। ਐਂਡ ਈਵਨ ਇਹਨਾਂ ਨੇ ਮਤਲਬ ਕਿ ਪੱਗ ਵੀ ਰੱਖੀ, ਬਿਕੋਜ਼ ਆ ਕੁੜੀ ਨਾ ਸਿੱਪੀ ਪਿੱਛੇ ਬਹੁਤ ਹੀ ਪਾਗਲ ਹੋਈ ਸੀਗੀ। ਸ਼ੀ ਵਾਜ਼ ਆਬਸੈਸਡ ਵਿਦ ਦੈਮ। ਤੇ ਮਾਤਾ ਜੀ ਕੋਲੇ ਫਿਰ ਆ ਕੇ ਇਹਨਾਂ ਨੇ ਆਖਿਆ ਕਿ ਜੀ ਸਾਡੀ ਕੁੜੀ ਨੇ ਕਿਤੇ ਹੋਰ ਤਾਂ ਵਿਆਹ ਕਰਾਉਣਾ ਨਹੀਂ, ਬਿਕੋਜ਼ ਜਦੋਂ ਫੋਟੋਆਂ ਦੇਖ ਲਈਆਂ ਤੇ ਕਹਿੰਦੇ ਕਿ ਸਾਡੀ ਕੁੜੀ ਨੇ ਹੋਰ ਤਾਂ ਕਿਤੇ ਵਿਆਹ ਕਰਾਉਣਾ ਨਹੀਂ, ਸਿੱਪੀ ਨਾਲ ਹੀ ਕਰਾਉਣਾ। ਸੋ ਸਿੱਪੀ ਜੀ ਹੁਣ ਸਾਨੂੰ ਦੇਖੋ ਆਹ ਤਾਂ ਜਿਵੇਂ ਹੋਰ ਗੱਲਾਂ ਹੀ ਵਿੱਚ ਵਾੜੀ ਜਾਂਦੇ ਆ ਕਿ ਇੰਟਰਕਾਸਟ ਮੈਰਿਜ ਸੀਗੀ ਤਾਂ ਰਿਫਿਊਜ਼ ਕੀਤਾ ਮਾਤਾ ਜੀ ਨੇ। ਸਾਡੇ ਦਾ ਪਰਿਵਾਰ 'ਚ ਜੀ ਬਹੁਤ ਇੰਟਰਕਾਸਟ ਮੈਰਿਜਸ ਹੋਈਆਂ। ਦ ਰੀਜ਼ਨ ਵਾਜ਼ ਸਾਨੂੰ ਕੁੜੀ ਦਾ ਕਰੈਕਟਰ ਪਤਾ ਚੱਲ ਗਿਆ ਸੀਗਾ। ਸਿੱਪੀ ਫਿਰ ਇਹਨੂੰ ਸਹੁੰ ਵੀ ਪਵਾ ਕੇ ਲੈ ਕੇ ਆਇਆ ਗੁਰਦੁਆਰਾ ਸਾਹਿਬ।
ਚਲੋ ਮੈਂ ਹੁਣ ਉਸ ਗੱਲਾਂ ਤੇ ਨਹੀਂ ਆਊਂਗਾ, ਮੈਂ ਤੁਹਾਡੇ ਨਾਲ ਲੀਗਲ ਪੁਆਇੰਟਸ ਤੇ ਗੱਲ ਕਰੂੰਗਾ ਜੀ। ਲੀਗਲ ਪੁਆਇੰਟਸ ਤੇ ਜਾਣੇ ਆਪਾਂ, ਪਰ ਉਦੋਂ ਪਹਿਲਾਂ ਮੈਨੂੰ ਇਹ ਦੱਸਿਓ ਕਿ ਆਮ ਕਰਕੇ ਆਪਾਂ ਗਰੇਜ਼ ਕਰਦੇ ਹਾਂ, ਭਾਵੇਂ ਉਹਦੇ ਤਾਲੁਕਾਤ ਸਨ, ਜਿਵੇਂ ਕਿ ਤੁਸੀਂ ਅਲੈਜ ਕਰ ਰਹੇ ਹੋ ਕਿ ਉਹਦੇ ਬਹੁਤ ਸਾਰੀਆਂ ਥਾਵਾਂ ਤੇ ਰਿਲੇਸ਼ਨ ਸੀਗੇ। ਅਲੈਜ ਨਹੀਂ ਭਾਜੀ, ਅਲੈਜ ਨਹੀਂ। ਚਲੋ ਖੈਰ, ਮੈਨੂੰ ਅਲੈਜ ਕਹਿਣਾ ਪੈਣਾ, ਮੈਨੂੰ ਅਲੈਜ ਹੀ ਕਹਿਣਾ ਪੈਣਾ। ਸੁਣੋ ਮੇਰੀ ਗੱਲ ਸੁਣਿਓ। ਹਾਂਜੀ ਪਰ ਹਾਂਜੀ, ਇਹ ਘਟਨਾ ਕਿਵੇਂ ਵਾਪਰੀ, ਇਹ ਕਿਵੇਂ ਟ੍ਰਿਗਰ ਹੋਇਆ ਕਿ ਸਿੱਪੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਲ ਦਾ ਵੇ ਉਹਨੇ ਤਸਵੀਰਾਂ ਜਾਂ ਉਹ ਪ੍ਰਮਾਣ ਚੱਕੇ ਤੇ ਉਹਦੇ ਜਾ ਕੇ ਮਾਂ ਪਿਓ ਦੇ ਸਪੁਰਦ ਕਰਤੇ? ਇਹ ਤਾਂ ਕੋਈ ਨਾ ਕੋਈ ਐਸੀ ਗੱਲ ਹੋਏਗੀ ਕਿ ਉਹਨੂੰ ਉਹ ਕਰਨਾ ਪਿਆ, ਵਰਨਾ ਆਪਾਂ ਗਰੇਜ਼ ਕਰਦੇ ਹਾਂ 100 ਬਹਾਨੇ ਹੋਰ ਹੁੰਦੇ ਆ ਕਿ ਵਿਆਹ ਨਾ ਕਰਾਉਣ ਦੇ। ਬਿਲਕੁਲ ਭਾਜੀ ਬਿਲਕੁਲ। ਆ ਜੀ ਕੁੜੀ ਨਾ ਮਗਰ ਪੈ ਗਈ ਸੀ ਸਿੱਪੀ ਦੇ, ਬਿਕੋਜ਼ ਇਹਦੇ ਜਦੋਂ ਅਸੀਂ ਜਦੋਂ ਵਿਟਨੈਸ ਇਹਦੀਆਂ ਹੋਰ ਵੀ ਸਟੇਟਮੈਂਟਸ ਅਸੀਂ ਪੜ੍ਹੀਆਂ, ਸ਼ੀ ਵਾਜ਼ obsessed with my brother, ਬਿਕੋਜ਼ ਆ ਮਦਰ ਨੂੰ ਉਸ ਦਿਨ ਆਖ ਕੇ ਗਈ ਹੈ, ਪਹਿਲਾਂ ਵੀ ਆਖ ਕੇ ਗਈ ਹੈ ਜਦੋਂ ਆਉਂਦੀ ਹੁੰਦੀ ਸੀ ਘਰੇ ਕਿ ਮੈਂ ਤਾਂ ਜੇ ਕਰਾਉਣਾ ਵਿਆਹ ਤਾਂ ਸਿੱਪੀ ਨਾਲ ਹੀ ਕਰਾਉਣਾ। ਸੋ ਸਿੱਪੀ ਨੂੰ ਬੇਸਿਕਲੀ ਇਹਨਾਂ ਨੇ ਪਲੈਨਿੰਗ ਨਾਲ ਕੀਤਾ ਸਾਰਾ ਕੁਝ। ਇਹਨਾਂ ਨੂੰ ਆਏ ਸੀਗਾ ਕਿ ਮੈਂ ਜਿਵੇਂ ਕਰਾਉਣਾ ਹੀ ਸਿੱਪੀ ਨਾਲ ਵਿਆਹ ਹੈ। The reason was this, ਸਿੱਪੀ ਨੂੰ ਇੱਕ ਤਰ੍ਹਾਂ ਬਲੈਕਮੇਲ ਕਰ ਰਹੀ ਸੀਗੀ ਕਿ ਭਾਈ ਮੇਰੇ ਨਾਲ ਵਿਆਹ ਕਰਾ, ਨਹੀਂ ਤਾਂ ਦੇਖ ਲਾ। ਫਿਰ ਸਿੱਪੀ ਨੂੰ ਐਕਚੁਅਲੀ ਇਹਦੇ ਜਦੋਂ ਰਿਲੇਸ਼ਨਸ ਪਤਾ ਚੱਲ ਗਏ, ਇੱਕ ਹੋਰ ਕੁੜੀ ਸੀਗੀ ਸਾਡੇ ਨੋਨ ਹੀ ਹੈ, ਉਹਨਾਂ ਨਾਲ ਸਿੱਪੀ ਦਾ ਫਾਈਨਲ ਹੋ ਗਿਆ ਸੀਗਾ ਆਲਮੋਸਟ ਮੈਰਿਜ ਦਾ। ਬਿਕੋਜ਼ ਆ ਤਾਂ ਦੇਖੋ ਚਾਰਜਸ਼ੀਟ ਸਾਰਾ ਕੁਝ ਹੀ ਲਿਖਿਆ ਹੋਇਆ ਇਹਨੇ। ਫਿਰ ਉਹ ਕੁੜੀ ਨੂੰ ਵੀ ਮੈਸੇਜਸ ਕੀਤੇ, ਉਹਨੂੰ ਧਮਕਾਇਆ ਸਾਰਾ ਕਿ ਗੈਟ ਆਊਟ ਆਫ ਮਾਈ ਵੇ ਲਾਈਕ ਦਿਸ, ਇਹ ਜਿਹੀਆਂ ਗੱਲਾਂ। ਹਾਂਜੀ, ਆਪਣੇ ਕੋਲੇ ਸਮਾਂ ਹੋਏਗਾ ਵਿੱਚੋਂ ਸ਼ਾਇਦ ਮੈਨੂੰ ਬ੍ਰੇਕ ਵੀ ਲੈਣੀ ਪਵੇ, ਪਰ ਔਰਤ ਜਦੋਂ ਉਹਦਾ ਸਾਰਾ ਕੁਝ ਪਾਜ ਉਧੜ ਜਾਵੇ ਤੇ ਉਹਦਾ ਅੰਦਰਲਾ ਬਾਹਰ ਆ ਜਾਵੇ, ਉਹਦਾ ਕਿਰਦਾਰ ਕੁਸ਼ੀ ਤੱਕ ਜਿਹੜਾ ਇਲਜ਼ਾਮ ਲੱਗ ਜਾਂਦੇ ਨੇ ਕਿ ਆਪਣੇ ਸਕੇ ਮਾਮੇ ਦੇ ਨਾਲ ਉਹਦੇ ਰਿਲੇਸ਼ਨ ਵਾਲੀ ਇਲਜ਼ਾਮ ਲੱਗੇ, ਜਿਹੜਾ ਕਿ ਸਾਬਤ ਹੋਣਾ ਸੀ ਅਜੇ, ਲੇਕਿਨ ਪ੍ਰਮਾਣ ਦਿੱਤੇ ਜਾਣ ਤੋਂ ਬਾਅਦ ਤੁਹਾਨੂੰ ਲੱਗਦਾ ਨਹੀਂ ਕਿ ਇਹ ਇੱਕ ਡਿਫੈਂਸ ਵੀ ਹੋ ਸਕਦਾ ਹੈ ਕਿ ਉਹਨੇ ਫਿਰ ਪ੍ਰੋਵੋਕੇਸ਼ਨ ਦੇ ਮੱਦੇਨਜ਼ਰ ਜੇਕਰ ਉਹਨੇ ਜੋ ਕੁਝ ਕੀਤਾ, ਜਿਵੇਂ ਕਿ ਉਹਦੇ ਤੇ ਅਲੈਜ ਕੀਤਾ ਜਾ ਰਿਹਾ, ਜੋ ਕੁਝ ਉਹਨੇ ਕੀਤਾ, ਤਾਂ ਡੋਂਟ ਯੂ ਥਿੰਕ ਦੈਲ ਬੀ ਅ ਡਿਫੈਂਸ ਪ੍ਰੋਬੇਬਲੀ ਦ opposite counsel will use? ਨਹੀਂ ਭਾਜੀ, ਮੇਰੀ ਗੱਲ ਸੁਣੋ। How can it be a defense? If you read the charge sheet, the CBI has stated in the charge sheet that Kalyani, driven by the obsession of failed love affairs, rejection of marriage proposal, fueled by feeling of anger and morbid jealousy due to Sippy's affair with a girl, which I told you, and humiliation, embarrassment to the family due to the leakage of her objectionable photographs, hatched a conspiracy with an unknown assailant called Sippy to the Sector 27 Park and killed him by using a 12-bore gun. ਹਾਂਜੀ ਭਾਜੀ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਆ ਡਿਫੈਂਸ ਕਿਵੇਂ ਹੋ ਜਾਊਗਾ ਜੀ, ਦੇਖੋ ਭਾਜੀ, ਦੇਖੋ ਗੱਲ ਪਤਾ ਕੀ ਹੁੰਦੀ ਹੈ, ਉਹ ਮੈਂ ਤਾਂ ਤੁਹਾਨੂੰ ਇਹ ਡਿਫੈਂਸ ਦਾ ਲਫ਼ਜ਼ ਮੈਂ ਤਾਂ ਵਰਤ ਰਿਹਾ ਜਿੱਪੀ ਕਿ ਆਪਾਂ ਕਿਉਂਕਿ ਸਰੋਤੇ ਸੁਣ ਰਹੇ ਨੇ ਤੇ ਆਪਾਂ ਫੇਅਰ ਹੋਣਾ ਚਾਹੁੰਦੇ, ਈਵਨ ਦੋ ਦੂਜੀ ਧਿਰ ਨੂੰ ਆਪਾਂ ਸ਼ਾਮਲ ਨਹੀਂ ਕੀਤਾ, ਪਰ ਫਿਰ ਵੀ ਮੈਂ ਮੰਨ ਲਓ ਕਿ ਮੈਂ ਇਨ ਅ ਵੇ ਆਮ ਟਰਾਈਂਗ ਟੂ ਮੇਕ ਇਟ some meaningful story out of it. The reason is that ਮੈਂ ਤਾਂ ਕਹਿ ਰਿਹਾ ਕਿ ਜਦੋਂ ਇੱਕ ਵਧੀਆ ਰਿਲੇਸ਼ਨਸ਼ਿਪ ਸੀਗੀ, ਪਰਿਵਾਰ ਨੂੰ ਜਾਣਦਾ ਸੀਗਾ, ਅਖੀਰੀ ਜਾ ਕੇ ਦੋਹਾਂ ਦਾ ਮਨ ਮੁੜ ਗਿਆ, ਸਿੱਪੀ ਨਹੀਂ ਸੀ ਚਾਹੁੰਦਾ, ਉਹ ਲੜਕੀ ਦੇ ਬਾਰੇ ਉਹਨੂੰ ਪਤਾ ਲੱਗ ਗਿਆ, ਚੋ ਸਾਰੀ ਕਹਾਣੀ ਚਲੋ ਲੈਟਸ ਬਲੀਵ ਇਟ। ਬਟ ਇਵੈਂਚੁਅਲੀ ਜਦੋਂ ਕੋਈ ਮੁੰਡਾ ਸਾਰੇ ਇਸ ਕਿਸਮ ਦੀਆਂ ਆਬਜੈਕਸ਼ਨੇਬਲ ਤਸਵੀਰਾਂ ਤੇ ਸਾਰਾ ਐਵੀਡੈਂਸ ਮਾਪਿਆਂ ਦੇ ਸਪੁਰਦ ਕਰਦਾ ਹੈ, ਤਾਂ ਇਹ ਇੱਕ ਸਿਰਾ ਮੰਨਿਆ ਜਾਏਗਾ, ਇਹ ਇੱਕ ਪ੍ਰੋਵੋਕੇਸ਼ਨ ਵੀ ਮੰਨੀ ਜਾ ਸਕਦੀ ਹੈ। ਆਈ ਡੋਂਟ ਨੋ, ਆਮ ਨਾਟ ਅ ਲਾਇਰ, ਯੂ ਆਰ ਅ ਲਾਇਰ, ਸੋ ਐਨੀਵੇਜ਼ ਲੀਵ ਇਟ ਦੇਅਰ। ਤਾਂ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਤੁਹਾਡਾ ਇੰਨਾ ਸ਼ਕਤੀਸ਼ਾਲੀ ਪਰਿਵਾਰ, ਵੈਲ ਕਨੈਕਟਡ ਪਰਿਵਾਰ, ਮੁੱਖ ਮੰਤਰੀ ਬਾਦਲ ਸਾਹਿਬ ਦੇ ਬਹੁਤ ਨੇੜੇ ਦਾ ਪਰਿਵਾਰ, ਤੇ ਮੈਂ ਦੱਸਿਆ ਤੁਹਾਨੂੰ ਕਿ ਤੁਹਾਡੇ ਦਾਦਾ ਜੀ ਜੱਜ ਸਨ, ਪਿਤਾ ਜੀ ਵਕੀਲ ਸਨ, ਤੇ ਇੰਨਾ ਵੈਲ ਕਨੈਕਟਡ ਹੋਣ ਦੇ ਬਾਵਜੂਦ ਵੀ ਤੁਹਾਨੂੰ ਇਉਂ ਕਿਉਂ ਲੱਗਦਾ ਕਿ ਤੁਹਾਡੇ ਨਾਲ ਇਨਸਾਫ ਨਹੀਂ ਹੋਇਆ? ਬਿਲਕੁਲ ਭਾਜੀ, ਬਿਲਕੁਲ ਭਾਜੀ, ਦੇਖੋ ਮੋਟਿਵ ਇਜ਼ ਵੈਰੀ ਸਟਰੋਂਗ। ਜਿਹੜਾ ਮੋਟਿਵ ਹੁੰਦਾ ਹੈ ਨਾ, ਸੀਬੀਆਈ ਨੇ ਵੀ ਦੇਖੋ ਜੀ, ਸੀਬੀਆਈ ਇਜ਼ ਨਾਟ ਅ ਸਮਾਲ ਏਜੰਸੀ, ਇਟਸ ਦ ਪ੍ਰੀਮੀਅਰ ਇਨਵੈਸਟੀਗੇਟਿੰਗ ਏਜੰਸੀ ਆਫ ਇੰਡੀਆ, ਐਂਡ ਜਿਹੜਾ ਉਹਨਾਂ ਨੇ ਮੋਟਿਵ ਕੱਢਿਆ, ਮੋਟਿਵ ਆਹੀ ਨਿਕਲ ਰਿਹਾ ਸਾਰਾ ਕਿ ਜਿਹੜੀਆਂ ਫੋਟੋਜ਼ ਇਹਨੂੰ ਐਮਬੈਰਸਮੈਂਟ ਹੋ ਗਈ ਕਿ ਮੇਰੇ ਰਿਲੇਟਿਵਸ ਨਾਲ ਇਹਦੀਆਂ ਸਨੈਪ ਸੀਗੀਆਂ, ਹੋਰ ਮੁੰਡਿਆਂ ਨਾਲ ਸਨੈਪ ਸੀਗੀਆਂ। ਹਾਂਜੀ ਭਾਜੀ, ਹੁਣ ਮੈਂ ਤੁਹਾਨੂੰ ਲੀਗਲ ਪੁਆਇੰਟਸ ਤੇ ਜਿਹੜੀ ਗੱਲ ਦੱਸਣਾ ਚਾਹੁੰਦਾ ਹੈ। ਦ ਥਿੰਗ ਵਾਜ਼ ਭਾਜੀ, ਇਹਦੀ ਜਿਹੜੇ ਮਦਰ ਹੈ, ਸ਼ੀ ਇਜ਼ ਦ ਹਾਈ ਕੋਰਟ ਜੱਜ ਇਨ ਹਿਮਾਚਲ ਪ੍ਰਦੇਸ਼, ਐਂਡ ਹਾਈ ਕੋਰਟ ਜੱਜ ਇਜ਼ ਨਾਟ ਅ ਸਮਾਲ ਥਿੰਗ, ਬਿਕੋਜ਼ ਦੇਖੋ ਕੋਈ ਵੀ ਹਾਈ ਕੋਰਟ ਜੱਜ ਦੇ ਖਿਲਾਫ ਕੋਈ ਬੋਲਦਾ ਨਹੀਂ ਹੁੰਦਾ। ਹੁਣ ਦ ਰੀਜ਼ਨ ਵਾਜ਼ ਸ਼ੀ ਵਾਜ਼ ਅਰੈਸਟਡ ਔਨ 15th June 2015 and under the sections 302, 120B criminal conspiracy and 201, and ਭਾਜੀ 302 ਦਾ ਮਾਮਲਾ ਹੋ ਗਈ, ਐਂਡ ਇਹਨੂੰ ਨਾ ਐਕਚੁਅਲੀ 13 ਤਰੀਕ ਨੂੰ ਜ਼ਮਾਨਤ ਦੇਤੀ ਹਾਈ ਕੋਰਟ ਨੇ।
ਇਹਦਾ ਹੁਣ ਮੈਂ ਤੁਹਾਨੂੰ ਰੀਜ਼ਨ ਵੀ ਦੱਸਦਾ, ਬਿਕੋਜ਼ ਦੇਖੋ ਅਸੀਂ ਤਾਂ ਵਿਕਟਿਮਸ ਹੈ, ਅਸੀਂ ਅਗਰੀਵਡ ਪਾਰਟੀ ਹੈ, ਅਸੀਂ ਤਾਂ ਹੁਣ ਆਹ ਸਾਰੀਆਂ ਗੱਲਾਂ ਕਹਿ ਸਕਦੇ ਹਾਂ। ਇਹਨੂੰ 13 ਤਰੀਕ ਨੂੰ ਜ਼ਮਾਨਤ ਮਿਲ ਗਈ ਭਾਜੀ। ਜਿਹੜਾ ਰੂਲ ਹੁੰਦਾ ਦੈਟ ਵਿਦਨ ਦਾ ਅਰੈਸਟ ਯੂ ਹੈਵ ਟੂ ਫਾਈਲ ਦਾ ਚਾਰਜ ਸ਼ੀਟ, ਪੁਲਿਸ ਦਾ CBI ਹੈਡ ਟੂ ਫਾਈਲ ਦਾ ਚਾਰਜ ਸ਼ੀਟ ਵਿਦਨ 90 ਡੇਜ਼। ਇਹਨਾਂ ਨੇ 12 ਤਰੀਕ ਨੂੰ ਚਾਰਜ ਸ਼ੀਟ ਫਾਈਲ ਕਰ ਦਿੰਦੇ ਆ 89th ਡੇ CBI। ਐਂਡ ਤੁਸੀਂ ਮੰਨੋਗੇ ਨਹੀਂ ਭਾਜੀ ਕਿ ਮੈਂ ਜੁਡੀਸ਼ਰੀ ਦੀ ਗੱਲ ਕਰ ਰਿਹਾ। ਦੇਖੋ ਸਾਰੀਆਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਜਿਹੜੇ ਜੱਜ ਸਾਹਿਬ ਹੈ ਜਿਨ੍ਹਾਂ ਕੋਲੇ ਕੇਸ ਲੱਗਿਆ ਸੀ, ਉਹਨਾਂ ਨੇ ਇਹਨੂੰ ਅਗਲੇ ਦਿਨ 13 ਤਰੀਕ ਨੂੰ ਵਿਦਆਊਟ ਰੀਡਿੰਗ ਦਾ ਚਾਰਜ ਸ਼ੀਟ, ਮਤਲਬ ਕਿ ਚਾਰਜ ਸ਼ੀਟ ਪੜ੍ਹੀ ਨਹੀਂ ਐਂਡ ਜਿਹੜੀ ਪੁਰਾਣੀਆਂ ਰਿਪੋਰਟਸ ਦਿੱਤੀਆਂ ਸੀਗੀਆਂ ਉਹਦੇ ਬੇਸ ਤੇ ਇਹਨੂੰ ਜ਼ਮਾਨਤ ਦੇਤੀ। ਹਾਂਜੀ। ਅਸੀਂ ਜਦੋਂ ਪਿਛਲੀ ਵਾਰੀ ਆਪਣੀ ਗੱਲਬਾਤ ਹੋਈ ਸੀਗੀ ਤਾਂ ਵਿਰੋਧੀ ਧਿਰ ਯਾਨੀ ਕਲਿਆਣੀ ਦੇ ਵਕੀਲ ਨਾਲ ਵੀ ਗੱਲਬਾਤ ਕੀਤੀ ਸੀਗੀ, ਤਾਂ ਉਹਨਾਂ ਨੇ 2-3 ਪੁਆਇੰਟ ਜਿਹੜੇ ਮੈਨੂੰ ਯਾਦ ਨੇ ਤੁਹਾਡੇ ਸਾਹਮਣੇ ਰੱਖਦਾ, ਤੁਸੀਂ ਉੱਤੇ ਕਮੈਂਟ ਕਰ ਦਿਓ। ਉਹ ਕਹਿੰਦੇ ਸੀਗੇ ਕਿ ਇਹ ਨੌਜਵਾਨ ਜਿਹੜਾ ਸਿੱਪੀ ਸਿੱਧੂ ਹੈ, ਜਿਹੜਾ ਕਿ ਮੈਂ ਸਰੋਤਿਆਂ ਨੂੰ ਯਾਦ ਕਰਾਵਾਂ, ਉਹ ਕੈਨੇਡਾ 'ਚ ਹੋ ਕੇ ਗਏ ਸਨ। ਇੱਥੇ ਕੈਂਡਲ ਲਾਈਟ ਵਿਜਲ ਵੀ ਹੋਇਆ ਸੀ ਉਹਦੇ ਲਈ। ਮੈਂ ਉਹਨਾਂ ਨੂੰ ਮਿਲ ਨਾ ਸਕਿਆ, ਪਰ ਮੈਂ ਸਮਝਦਾ ਕਿ ਉਹ ਵਾਕਈ ਜਦੋਂ ਕੈਨੇਡਾ 'ਚ ਆਏ ਸਨ ਬਹੁਤ ਸਾਰੇ ਲੋਕਾਂ ਨੂੰ ਮਿਲੇ ਹੋਣਗੇ ਤੇ ਔਰ ਸੰਖੇਪ ਜੇ ਇਸ ਦੌਰੇ ਦੇ ਵਿੱਚ ਲੋਕਾਂ ਦਾ ਮਨ ਜਿੱਤਿਆ ਹੋਏਗਾ, ਵਰਨਾ ਸਾਰਿਆਂ ਲਈ ਆਪਾਂ ਕੈਂਡਲ ਲਾਈਟ ਵਿਜਲ ਨਹੀਂ ਕਰਦੇ ਕੈਨੇਡਾ ਦੇ ਵਿੱਚ। ਸੋ ਸਿੱਪੀ ਸਿੱਧੂ ਨਿਰਸੰਦੇਹ ਇੱਕ ਵਧੀਆ ਪਰਸਨੈਲਿਟੀ ਦਾ ਮਾਲਕ ਹੋਏਗਾ ਜਿਹੜਾ ਕਿ ਇੰਨੀ ਛੇਤੀ ਲੋਕਾਂ ਦਾ ਮਨ ਮੋਹਦਾ ਸੀਗਾ। ਪਰ ਜਦੋਂ ਵਕੀਲ ਨਾਲ ਗੱਲ ਕੀਤੀ, GP ਸਿੱਧੂ ਸਾਹਿਬ ਤੁਸੀਂ ਛੋਟੇ ਭਾਈ ਹੋ, ਵਕੀਲ ਹੋ, ਉਹ ਆਂਦੇ ਕਿ ਉਹਦਾ ਪ੍ਰੋਫਾਈਲ ਸੀਗਾ ਜਿਹੜਾ ਕਿ ਨੈਸ਼ਨਲ ਲੈਵਲ ਦੇ ਸ਼ੂਟਰ ਦਾ, ਪਰ ਉਹਦੇ ਕੋਲੇ ਇੱਕ ਵੀ ਕੋਈ ਵਿਖਾਉਣ ਲਈ ਮੈਡਲ ਨਹੀਂ ਸੀਗਾ। ਦੂਜੇ ਨੰਬਰ ਤੇ ਉਹ ਵਕੀਲ ਸੀਗਾ, ਲੇਕਿਨ ਉਹਨਾਂ ਨੇ ਕੋਈ ਬਹੁਤੇ ਕੇਸ ਨਹੀਂ ਲੜੇ, ਅਦਾਲਤੀ ਹਾਜ਼ਰੀ ਨਹੀਂ ਭਰੀ। ਉਹਨਾਂ ਦਾ ਕਾਰੋਬਾਰ ਸੀਗਾ, ਬਹੁਤ ਵੱਡੀਆਂ ਖੇਡਾਂ ਖੇਡਦੇ ਸੀ ਉਹ। ਹੋ ਸਕਦਾ ਹੈ ਬੈਨੀਫਿਟ ਆਫ ਡਾਊਟ ਕ੍ਰੀਏਟ ਕਰਨ ਦਾ ਯਤਨ ਹੋਵੇ ਉਸ ਵਕੀਲ ਦਾ, ਕਿ ਹੋ ਸਕਦਾ ਹੈ ਕਿ ਉਸ ਕਾਰੋਬਾਰੀ ਰੁਝੇਵਿਆਂ ਦੇ, ਕਾਰੋਬਾਰੀ ਜਿਹੜੀਆਂ ਉਲਝਣਾਂ ਦੇ ਵਿੱਚੋਂ ਹੀ ਉਹਦਾ ਕਾਤਲ ਕਿਤੇ ਨਾ ਕਿਤੇ ਛੁਪਿਆ ਬੈਠਾ ਹੋਵੇ। ਕੁਝ ਇਸ ਕਿਸਮ ਦੀ ਗੱਲਬਾਤ ਵਕੀਲ ਸਾਹਿਬ ਨੇ ਕੀਤੀ ਸੀਗੀ ਤੇ ਆਂਦੇ ਸੀਗੇ ਕਿ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਸੀਗਾ ਕਿ ਸਿੱਪੀ ਦੇ ਵੀ ਬਹੁਤ ਸਾਰੇ ਮਲਟੀਪਲ ਅਫੇਅਰਸ ਸਨ ਉਹਦੇ, ਉਹ ਦੁੱਧ ਧੋਤਾ ਨਹੀਂ ਸੀਗਾ। ਕੁਝ ਇਸ ਕਿਸਮ ਦੀ ਗੱਲਬਾਤ ਉਹ ਕਰਕੇ ਗਏ ਸਨ ਪ੍ਰੋਗਰਾਮ 'ਚ। ਮੈਂ ਤਾਂ ਜੀ ਸਭ ਤੋਂ ਪਹਿਲਾਂ ਜਿਹੜੇ ਉਹ ਵਕੀਲ ਸਾਹਿਬ ਹੈ, ਮੈਂ ਉਹਨਾਂ ਤੋਂ ਐਂ ਪੁੱਛਣਾ ਚਾਹੂੰਗਾ, ਹਾਊ ਡਜ਼ ਇਟ ਮੈਟਰ? ਪਹਿਲੀ ਗੱਲ, ਮੈਂ ਸਾਰੇ ਜਵਾਬ ਦੇਊਂਗਾ ਭਾਜੀ। ਦੇਖੋ ਸਾਡੀ ਜਿਹੜੀ ਫੈਮਿਲੀ ਹੈ ਨਾ, ਤਲਵੰਡੀ ਸਾਬੋ ਤੋਂ ਹੈ, ਤਖਤ ਸ੍ਰੀ ਦਮਦਮਾ ਸਾਹਿਬ ਤੋਂ। ਮੇਰੇ ਗ੍ਰੈਂਡਫਾਦਰ ਉਸ ਟਾਈਮ ਪੈਰਸੂ 'ਚ ਹਾਈਕੋਰਟ ਜੱਜ ਸੀਗੇ ਐਂਡ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਸਾਡਾ ਕੀ ਕੁਛ ਹੈ। ਦੂਸਰੀ ਗੱਲ ਭਾਜੀ, ਉਹਨਾਂ ਨੂੰ ਮੈਂ ਵਕੀਲ ਸਾਹਿਬ ਨੂੰ ਆਏ ਪੁੱਛਣਾ ਚਾਹੂੰਗਾ, ਜਿਹੜਾ ਉਹ ਕਹਿੰਦੇ ਸ਼ੂਟਿੰਗ ਨਹੀਂ ਕੀਤੀ ਸੀਗੀ, ਸਾਡੇ ਕੋਲੇ ਸਾਰਾ ਕੁਝ ਪ੍ਰੂਫ ਪਿਆ ਐਂਡ ਜਿਹੜੇ ਉਹ ਕਹਿੰਦੇ ਕਿ ਮੈਡਲਸ ਨਹੀਂ ਜਿੱਤੇ ਸੀ, ਉਹ ਜਿੱਤੇ ਨਹੀਂ ਸੀ। ਉਹਨਾਂ ਨੂੰ ਮੈਨੂੰ ਇੱਕ ਜਵਾਬ ਦੇ ਦੇਣ, ਹਾਊ ਡਜ਼ ਇਟ ਮੈਟਰ? ਚਲੋ ਉਹ ਹੀ ਵਾਜ਼ ਨਥਿੰਗ, ਮੈਂ ਮੰਨ ਗਿਆ ਹੀ ਵਾਜ਼, ਚਲੋ ਮੈਂ ਕਹਿਣਾ ਪਹਿਲੀ ਗੱਲ ਤਾਂ ਉਹ ਸਾਰਾ ਕੁਝ ਸੀਗਾ, ਚਲੋ ਮੈਂ ਮੰਨ ਗਿਆ ਹੀ ਵਾਜ਼ ਨਥਿੰਗ। then you have the right to kill him, I would like to ask the lawyers what they want to say. chalo he was not an advocate, then you have the right to kill him, I want to ask him. ਮੈਂ ਪਹਿਲੀ ਗੱਲ ਤਾਂ ਜਿਹੜੇ ਆਹ ਮਰਡਰਰਸ ਹੈ ਇਹਨਾਂ ਦੇ ਵਕੀਲਾਂ ਨਾਲ ਤਾਂ ਅਸੀਂ ਐਕਚੁਅਲੀ ਦੇਖੋ, ਚਲੋ ਮੁੱਖ ਦੀ ਗੱਲ ਮੈਂ ਸਾਰੀ ਗੱਲ ਕਰਦਾ ਭਾਜੀ। ਸਿੱਪੀ ਵੀਰ was just 21 years old when he won the national competitions. He even went for the international competitions. On the basis of that, he got job in the Punjab Police. He was just 21 years old. ਸਿੱਪੀ ਦੇ ਨਾਲ ਵਾਲੇ ਤਾਂ ਸਾਰੇ ਹੁਣ SP SSP ਲੈਵਲ ਤੱਕ ਪਹੁੰਚੇ ਹੋਏ ਹੈ ਬੰਦੇ। ਚਲੋ ਆਈ ਡੋਂਟ ਨੀਡ ਟੂ, ਮੈਂ ਜੀ ਆਹ ਗੱਲਾਂ ਉਹਨਾਂ ਦੀਆਂ ਕੋਈ ਸਵਾਲ ਦੇ ਜਵਾਬ ਨਹੀਂ ਦੇਣਾ ਚਾਹੁੰਦਾ। Even if he was nothing, then you don't have the right to kill him. ਹਾਂਜੀ। ਮੇਰਾ ਖਿਆਲ ਤੁਸੀਂ ਦੱਸਿਆ ਸੀ ਮੈਨੂੰ CBI ਦੀ ਜਿਹੜੀ ਨਿਚੋੜ ਕੱਢਵੀਂ, ਜਿਹੜਾ ਸੰਖੇਪ ਜੇਕਰ ਆਪਾਂ ਝਾਤ ਪਾਉਣੇ ਆ ਤਾਂ ਉਹਦੇ ਵਿੱਚ ਇਹ ਸਾਰੇ ਫੈਕਟਸ ਨੇ, ਉਹਨਾਂ ਫੈਕਟਸ ਤੇ ਝਾਤ ਪਾਇਓ, ਜਿਹਦੇ ਵਿੱਚ ਮੇਰਾ ਖਿਆਲ ਪਰਿਵਾਰ ਕਤਲ ਦੇ ਮੌਕੇ ਦੇ ਉੱਤੇ 10 ਸੈਕਟਰ ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਸੀਗਾ ਤੇ ਕਲਿਆਣੀ ਦੀ ਹਾਜ਼ਰੀ ਕਥਿਤ ਤੌਰ ਦੇ ਉੱਤੇ 27 ਸੈਕਟਰ 'ਚ ਸੀਗੀ ਜਿੱਥੇ ਕਤਲ ਹੋਇਆ। ਔਰ ਤੁਸੀਂ ਮੇਰਾ ਖਿਆਲ ਪਿਛਲੀ ਇੰਟਰਵਿਊ 'ਚ ਮੈਨੂੰ ਦੱਸਿਆ ਸੀ ਕਿ ਕਲਿਆਣੀ ਨੇ ਆਪਣੇ ਹੱਥ ਨਾਲ 2 ਫਾਇਰ ਮਾਰੇ ਨੇ ਸਿੱਪੀ ਦੇ, ਅਤੇ ਕਨਿਆਲੀ ਦੇ ਨਾਲ ਜਿਹੜਾ ਕੋਈ ਵਿਅਕਤੀ ਸੀਗਾ ਉਹਦੇ 2 ਫਾਇਰ ਨੇ। ਬਿਲਕੁਲ ਭਾਜੀ ਬਿਲਕੁਲ, ਮੇਰੇ ਕੋਲ ਮੇਰੀ ਚਾਰਜ ਸ਼ੀਟ ਸਾਹਮਣੇ ਪਈ ਹੈ। ਕਲਿਆਣੀ ਫਾਇਰਡ ਦਾ 2 ਗਨ ਸ਼ਾਟਸ, ਸਾਰਾ ਕੁਝ ਲਿਖਿਆ ਹੋਇਆ ਹੈ ਇਹਨਾਂ ਦੇ। ਅਸੀਂ ਤਾਂ ਦੇਖੋ ਭਾਜੀ ਫਰੋਮ ਦਾ ਡੇ 1 ਜਿਹੜੀ ਗੱਲ ਕਹਿ ਰਹੇ ਹਾਂ ਅਸੀਂ ਉਸ ਗੱਲ ਤੇ ਹੀ ਹੈ ਕਿ ਆਹ ਸਾਰੀ ਫੈਮਿਲੀ ਦੀ ਮਿਲੀ ਭੁਗਤ ਨਾਲ ਹੋਇਆ। ਜਸਟਿਸ ਸਬੀਨਾ ਦੀ ਮਿਲੀ ਭੁਗਤ ਨਾਲ ਹੋਇਆ, ਉਹਦੇ ਘਰ ਵਾਲੇ ਐਡਵੋਕੇਟ ਪਰਮਿੰਦਰ ਸਿੰਘ ਦੇ ਨਾਲ ਹੋਇਆ ਤੇ ਕਲਿਆਣੀ ਨਾਲ ਹੋਇਆ। ਇਹਨਾਂ ਨੇ ਜਾਣ ਕੇ ਭਾਜੀ ਉੱਥੇ ਐਲੀਬਾਈ ਲਈ ਸੀਗੀ ਕਿ ਇਹਨਾਂ ਨੇ ਜਾਣ ਕੇ ਪਲੈਨਿੰਗ ਕੀਤੀ ਸੀਗੀ ਕਿ 18 ਨੂੰ ਦਾ ਲੱਗ ਜੂਗਾ ਜਾਂ 19 ਨੂੰ ਲੱਗ ਜੂਗਾ ਜਾਂ 20 ਨੂੰ ਲੱਗ ਜੂਗਾ, ਜਿਵੇਂ ਟਰਮ ਹੁੰਦੀ ਹੈ ਐਲੀਬਾਈ। ਇਹਨਾਂ ਨੇ ਬਰਥਡੇ ਪਾਰਟੀਜ਼ ਅਰੇਂਜ ਕੀਤੀਆਂ ਬਿਕੋਜ਼ CBI ਦੀ ਚਾਰਜ ਸ਼ੀਟ ਦੇਖੋ ਜੀ, ਮੈਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ। CBI ਦੀ ਚਾਰਜ ਸ਼ੀਟ ਸਾਰਾ ਕੁਝ ਲਿਖਿਆ ਹੋਇਆ, ਜਿਹੜੀਆਂ ਵੀ ਇਹ ਗੱਲਾਂ ਲਿਖੀਆਂ ਹੋਈਆਂ।
ਹਾਂਜੀ, ਜਿਵੇਂ ਤੁਸੀਂ ਦੱਸਿਆ ਕਿ ਬਲੀਵ ਭਾਜੀ, ਜੀ ਪਲੀਜ਼ ਗੋ ਹੈਡ। ਹਾਂਜੀ, ਇਹਨੇ 2 ਫਾਇਰ ਆਪ ਮਾਰੇ ਆ ਜੀ ਕੁੜੀ ਨੇ। ਸ਼ੀ ਫਾਇਰਡ ਦ 2 ਗਨ ਸ਼ਾਟਸ ਹਰਸੈਲਫ। ਹਾਂਜੀ, ਤੁਸੀਂ ਆਖਿਆ ਸੀਗਾ ਕਿ ਸਾਰਾ ਕੁਝ ਹੈਗਾ, ਐਵੀਡੈਂਸ ਹੈਗੀ ਹੈ। ਤੁਸੀਂ ਆਖਿਆ ਸੀਗਾ ਕਿ ਮਾਤਾ ਜੀ ਨੇ ਫੌਰੀ ਜਦੋਂ ਦੇਰੀ ਕਰਤੀ, ਉਹਨੇ ਫੋਨ ਨਾ ਚੱਕੇ, ਤਾਂ ਮਾਤਾ ਨੇ ਛੇਤੀ ਦੇ ਨੇ ਪੁਲਿਸ ਨੂੰ ਇਨਫਾਰਮ ਕੀਤਾ ਸੀਗਾ ਕਿ ਉਹ ਕਲਿਆਣੀ ਨੂੰ ਮਿਲਣ ਗਿਆ ਸੀਗਾ। ਤਾਂ ਜਦੋਂ 11 ਵਜੇ ਜਦੋਂ ਕਾਲ ਕੀਤੀ ਉਹਨੂੰ SHO ਪੂਨਮ ਦਲਾਵੜੀ ਨੇ ਚੱਕਿਆ ਫੋਨ, ਉਹ ਪਹਿਲਾਂ ਤਾਂ ਉਹਨੇ ਆਏ ਆਖਿਆ ਕਿ ਐਕਸੀਡੈਂਟ ਹੋ ਗਿਆ, ਤੇ ਮਾਤਾ ਜੀ ਨੇ ਆਹੀ ਗੱਲ ਆਖਿਆ ਕਿ ਉਹਦੇ ਨਾਲ ਕਲਿਆਣੀ ਹੈ ਉੱਥੇ। ਪਰ ਮੈਂ ਸਵਾਲ ਜਿਹੜਾ ਕਰਨਾ ਚਾਹ ਰਿਹਾ ਕਿ ਜਦੋਂ ਰਿਸ਼ਤੇ 'ਚ ਕੜੱਤਨ ਪੈਦਾ ਹੋ ਗਈ ਸੀਗੀ, ਜਦੋਂ ਪ੍ਰਮਾਣ ਮਿਲ ਗਏ ਕਿ ਉਹਦੇ ਤਾਂ ਰਿਸ਼ਤੇ, ਉਹ ਤਾਂ ਬਹੁਤ ਸਾਰੇ ਦੋਸਤਾਂ ਨਾਲ ਉੱਠਦੀ ਬੈਠਦੀ ਹੈ ਤੇ ਉਹ ਸਾਰੀ ਰਿਲੇਸ਼ਨਸ਼ਿਪਸ ਦੀ ਗੱਲਬਾਤ ਹੋ ਗਈ ਤੇ ਉਹਦੇ ਪ੍ਰਮਾਣ ਵੀ ਘਰਦਿਆਂ ਨੂੰ ਦਿੱਤੇ, ਕੜੱਤਨ ਪੈਦਾ ਹੋ ਗਈ। ਹੁਣ ਤਾਂ ਪਰਿਵਾਰ ਦੂਰੋਂ ਦੂਰੀ ਹੋ ਗਏ ਆਪਸ ਦੇ ਵਿੱਚ, ਤੇ ਹੁਣ ਫਿਰ ਕਲਿਆਣੀ ਦਾ ਫੋਨ ਆ ਗਿਆ ਤੇ ਸਿੱਪੀ ਫਿਰ ਇੰਨਾ ਸੌਖੇ ਤਰੀਕੇ ਨਾਲ ਉਹਨੂੰ ਰਾਤ ਸ਼ਾਮ ਨੂੰ, ਦੇਰ ਸ਼ਾਮ ਨੂੰ ਮਿਲਣ ਕਿਉਂ ਚਲਾ ਗਿਆ ਭਲਾ? ਇਹ ਗੱਲ ਥੋੜੀ ਜਿਹੀ ਸਮਝ ਨਾ ਆਉਣ ਵਾਲੀ ਹੈ। ਤੇ ਘਰਦਿਆਂ ਨੂੰ ਦੱਸ ਕੇ ਗਿਆ, ਇਹਨਾਂ ਕਿਹੜਾ ਦਬਾਅ ਸੀਗਾ ਆਪਣੇ ਤੇ? ਕੋਈ ਦਬਾਅ ਸੀਗਾ? ਮੈਂ ਰਮਾਣਾ ਸਾਹਿਬ ਤੁਹਾਡੀ ਬਿਲਕੁਲ ਗੱਲ ਨਾਲ ਸਹਿਮਤ ਹੈ। ਦੇਖੋ ਜੀ, ਸਾਡੇ ਆ ਪਰਿਵਾਰ ਨਾਲ 30 ਸਾਲ ਦੇ ਰਿਲੇਸ਼ਨ ਸੀ। ਜਦੋਂ ਮਦਰ ਨੇ ਮੇਰੇ ਨੇ ਰਿਸ਼ਤੇ ਵਾਸਤੇ ਵੀ ਰਿਫਿਊਜ਼ ਕਰਤਾ ਨਾ, ਸਬੀਨਾ ਆਪ ਕਹਿ ਕੇ ਗਈ ਹੈ ਮੇਰੀ ਮਦਰ ਨੂੰ, ਮੇਰੇ ਮਦਰ ਨੂੰ, ਮਾਤਾ जी ਨੂੰ ਆਪ ਕਹਿ ਕੇ गई है, चलो कुछ नहीं होता कि हमारा रिश्ता नहीं जुड़ा, फिर भी कोई बात नहीं, आंटी तो मैं सिप्पी की हुई। सो व्हाट आई एम ट्राइंग टू से भाजी, ਜਦੋਂ ਅੰਨੇ ਚਿਰ ਦੇ ਫੈਮਿਲੀ ਰਿਲੇਸ਼ਨਸ ਹੁੰਦੇ ਹੈ, ਬੰਦਾ ਸੋਚਦਾ ਹੈ ਕਿ ਸਾਨੂੰ ਦੇਖੋ ਇਹਨਾਂ ਤੋਂ ਖਤਰਾ ਜ਼ਰੂਰ ਸੀਗਾ, ਬਟ ਆਏ ਨਹੀਂ ਪਤਾ ਸੀਗਾ ਕਿ ਅੱਡਾ ਵੱਡਾ ਸਟੈਪ ਲੈ ਜੂਗੀ। ਆਹ ਤੁਸੀਂ ਸਮਝ ਰਹੇ ਹੋ? ਆਈ ਹੋਪ ਯੂ ਟ੍ਰਾਈਂਗ ਟੂ ਅੰਡਰਸਟੈਂਡ ਭਾਜੀ, ਬਿਕੋਜ਼ ਸ਼ੀ ਜਦੋਂ ਆਹ ਭਾਜੀ ਰਿਲੇਸ਼ਨਸ 2008 ਤੋਂ ਲੈ ਕੇ 2014 ਨਵੰਬਰ ਤੱਕ ਬਿਲਕੁਲ ਠੀਕ ਰਿਲੇਸ਼ਨ ਸੀਗੇ, ਚਾਰਜਸ਼ੀਟ 'ਚ ਆਇਆ। ਜਦੋਂ ਅਕਤੂਬਰ ਨਵੰਬਰ 2014 'ਚ ਫੋਟੋਆਂ ਭੇਜਤੀਆਂ ਇਹਨੇ ਕਲਿਆਣੀ ਤੇ ਇਹਦੇ ਮਾਂ ਪਿਓ ਨੇ ਪਲੈਨਿੰਗ ਕਰ ਲਈ। ਉਸ ਤੋਂ ਬਾਅਦ ਸਿੱਪੀ ਨਾਲ ਆਹ ਇਨ ਟੱਚ ਸੀਗੀ ਈਮੇਲਸ। ਪਹਿਲਾਂ ਤਾਂ ਇਹਨਾਂ ਦੇ ਐਡਵੋਕੇਟ ਸਾਹਿਬ ਨੂੰ ਵੀ ਪੁੱਛੋ, ਪਹਿਲਾਂ ਤਾਂ ਮੰਨਦੇ ਹੀ ਨਹੀਂ ਸੀਗੇ ਕਿ ਗੱਲਾਂ। ਪਹਿਲਾਂ ਜਿਸ ਦਿਨ ਅਰੈਸਟ ਹੋਈ ਹੈ ਜੀ ਆਹ ਇਹਨਾਂ ਨੂੰ ਆਹ ਕਹਿੰਦੇ ਕਿ ਕੌਣ ਸਿੱਪੀ ਸਿੱਧੂ, ਇਹਨਾਂ ਦੇ ਵਕੀਲ ਸਾਹਿਬ ਨੂੰ ਵੀ ਪੁੱਛਿਓ ਤੁਸੀਂ ਆਹ ਗੱਲ, ਕਹਿੰਦੇ ਕੌਣ ਸਿੱਪੀ ਸਿੱਧੂ। ਫਿਰ ਜਦੋਂ ਸਾਰਾ ਕੁਝ ਹੀ ਸਾਹਮਣੇ ਆ ਗਿਆ ਫਿਰ ਤਾਂ ਪਤਾ ਹੀ ਚੱਲ ਗਿਆ ਕਿ 15 ਸਤੰਬਰ ਤੱਕ ਤਾਂ ਹਰ ਰੋਜ਼ ਗੱਲਾਂ ਕਰਦੀ ਸੀ ਆਹ। ਹਾਂਜੀ, ਮੈਂ ਜਿਹੜਾ ਤੁਹਾਡਾ ਸਵਾਲ ਹੈ ਕਿ ਸਿੱਪੀ ਕਿਉਂ ਗਿਆ, ਦ ਰੀਜ਼ਨ ਵਾਜ਼ ਸਾਡੇ ਇਹਨਾਂ ਨਾਲ ਰਿਲੇਸ਼ਨ ਸੀਗੇ, ਫੈਮਿਲੀ ਰਿਲੇਸ਼ਨ ਸੀ। ਜਦੋਂ ਰਿਫਿਊਜ਼ ਵੀ ਹੋ ਗਿਆ ਸੀਗਾ, ਆਹ ਸਿੱਪੀ ਨੂੰ ਕਹਿੰਦੀ ਹੁੰਦੀ ਸੀ, ਸਾਰਾ ਕੁਝ ਲਿਖਿਆ ਹੋਇਆ ਕਿ ਮੈਂ ਡਿਪਰੈਸ਼ਨ 'ਚ ਆਹ ਗੱਲਾਂ ਕਹਿੰਦੀ ਹੁੰਦੀ ਸੀਗੀ ਜੀ ਆਹ। ਹਾਂਜੀ ਹਾਂਜੀ। ਅੱਛਾ, ਇਹ ਵੀ ਤੁਸੀਂ ਮੇਰੇ ਖਿਆਲ ਦੱਸਿਆ ਸੀਗਾ ਕਿ ਜਦੋਂ ਪਰਿਵਾਰ ਜਿਹੜਾ 10 ਸੈਕਟਰ 'ਚ ਪਾਰਟੀ ਦੇ ਵਿੱਚ ਸੀਗਾ ਤੇ ਅਲੈਜਡਲੀ ਜਿਹੜੀ ਕਲਿਆਣੀ ਹੈ ਉਹ 27 ਸੈਕਟਰ ਦੇ ਵਿੱਚ ਸਾਰੇ ਮਨਸੂਬੇ ਘੜ ਰਹੀ ਸੀਗੀ, ਤਾਂ ਉਦੋਂ ਕੋਈ ਟੈਕਸ ਵੀ ਆਇਆ ਮੇਰੇ ਖਿਆਲ ਉਹਦੀ ਮਾਤਾ ਦਾ ਉਹਨੂੰ, ਜਿਹਦੇ 'ਚ ਉਹਨੇ ਕੁਝ ਜੀ ਆਹ ਜਦੋਂ ਬੰਦੇ ਨੇ ਮਰਡਰ ਕਰਨਾ ਹੁੰਦਾ ਸਾਰੇ ਪਲਾਨ ਆਹ ਸਾਰਾ ਕੁਝ ਚਾਰਜਸ਼ੀਟ 'ਚ ਲਿਖਿਆ ਹੋਇਆ ਹੈ। ਹਾਂਜੀ ਬਿਲਕੁਲ। ਮੈਂ ਭਾਜੀ ਦੇਖੋ ਲੀਗਲ ਪੁਆਇੰਟਸ ਤੇ ਜਿਹੜੀਆਂ ਤੁਹਾਨੂੰ 2-4 ਗੱਲਾਂ ਦੱਸਣੀਆਂ ਚਾਹੁੰਦਾ ਹੈ। ਅਸੀਂ ਦੇਖੋ ਜਦੋਂ ਬਹਿਸ ਹੋਈ ਨਾ ਜੱਜ ਸਾਹਿਬ ਦੀ, ਸੋ ਮੈਂ ਇਹਨਾਂ ਦੀ ਮਦਰ ਦਾ 20 ਤਰੀਕ ਨੂੰ ਇੱਕ ਕਲਿਆਣੀ ਨੂੰ ਮੈਸੇਜ ਹੈ ਕਿ ਬੈਸਟ ਆਫ ਲੱਕ, ਐਂਡ ਕਲਿਆਣੀ ਉੱਤੋਂ ਰਿਪਲਾਈ ਕਰ ਰਹੀ ਹੈ ਐਂਜ਼ਾਈਟੀ ਲੈਵਲ ਇਜ਼ ਔਨ ਅ ਹਾਈ ਰਾਈਜ਼। ਮੈਨੂੰ ਬਸ ਆਏ ਦੱਸ ਦੇਣ ਕਿ ਆਹ ਕੀ ਮਤਲਬ ਕੀ ਗੱਲ ਕੀ ਬਣੀ। ਆਹ ਦੁਬਾਰਾ ਦੱਸਿਓ, ਇਹ ਗੱਲ ਦੁਬਾਰਾ ਦੱਸਿਓ। ਦਿਸ ਇਜ਼ ਅ ਵੈਰੀ ਸੀਰੀਅਸ ਥਿੰਗ। ਦੁਬਾਰਾ ਦੱਸਿਓ ਭਲਾ ਕਿਉਂ ਉਹਨੇ ਲਿਖਿਆ ਹੈ ਐਂਜ਼ਾਈਟੀ ਲੈਵਲ ਇਜ਼ ਹਾਈ? ਭਾਜੀ ਆਹੀ ਤਾਂ ਮੈਂ ਪੁੱਛ ਰਿਹਾ, ਮੈਂ ਤਾਂ ਆਪ ਪੁੱਛ ਰਿਹਾ ਕਿਉਂ ਲਿਖਿਆ ਉਹਨੇ। ਕਲਿਆਣੀ ਨੇ 20 ਤਰੀਕ ਨੂੰ ਮਰਡਰ ਵਾਲੇ ਦਿਨ ਸਬੀਨਾ ਨੇ ਉਹਨੂੰ ਮੈਸੇਜ ਕੀਤਾ ਬੈਸਟ ਆਫ ਲੱਕ, ਉਹਦੀ ਮਾਂ ਨੇ, ਤੇ ਕਲਿਆਣੀ ਨੇ ਲਿਖਿਆ ਐਂਜ਼ਾਈਟੀ ਲੈਵਲ ਇਜ਼ ਔਨ ਅ ਹਾਈ ਰਾਈਜ਼। ਮੈਂ ਤਾਂ ਆਪ ਪੁੱਛ ਰਿਹਾ ਜੀ ਕਿਉਂ, ਬਿਕੋਜ਼ ਥੀਸ ਥਿੰਗਸ ਐਵਰੀਥਿੰਗ ਇਜ਼ ਔਨ ਰਿਕਾਰਡ, ਸਾਡੇ ਕੋਲੇ ਸਾਰੇ ਪ੍ਰੂਫ ਹੈ, ਸਾਰਾ ਕੁਝ ਹੈਗਾ ਜੀ। ਹਾਂਜੀ। ਔਰ ਵਨਸ ਅਗੇਨ CBI ਦੀ ਇਨਕੁਆਇਰੀ ਹਰੇਕ ਕੇਸ ਦੀ ਨਹੀਂ ਹੁੰਦੀ, ਲੇਕਿਨ ਮੈਂ ਸਮਝਾਂਗਾ ਕਿ ਉਹ ਤੁਹਾਡੇ ਪਰਿਵਾਰ ਦੀ ਇੱਕ ਜਿਹੜਾ ਰੁਤਬਾ ਸੀਗਾ ਜਾਂ ਬਾਦਲ ਸਾਹਿਬ ਨਾਲ ਨੇੜਤਾ ਸੀਗੀ ਜਾਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਸ਼ਰੇਆਮ ਇਉਂ ਕਰਕੇ ਇੱਕ ਪਾਪੂਲਰ ਮੁੰਡੇ ਦਾ, ਨੌਜਵਾਨ ਦਾ, ਕਾਰੋਬਾਰੀ ਦਾ, ਵਕੀਲ ਦਾ ਕਤਲ ਹੋ ਜਾਣਾ, CBI ਦੀ ਇਨਕੁਆਇਰੀ ਹੋਣੀ। ਤੇ ਹੋਰ ਦਰਅਸਲ ਕੀ ਆਸ ਉਮੀਦ ਸੀਗੀ ਤੁਹਾਨੂੰ ਲੱਗਦਾ ਕਿ ਉਹਦੀ ਜ਼ਮਾਨਤ ਦਾ ਹੋ ਜਾਣਾ ਕੇਸ ਨੂੰ? ਕਲਿਆਣੀ ਦੀ ਜ਼ਮਾਨਤ ਜਿਹੜੀ ਹੈ, ਕਲਿਆਣੀ ਦੀ ਜ਼ਮਾਨਤ ਕੇਸ ਨੂੰ ਬਿਲਕੁਲ ਪਤਲਾ ਕਰ ਗਈ ਹੈ ਕਿ ਤੁਸੀਂ ਇੰਨੇ ਨਿਰਾਸ਼ ਕਿਉਂ? ਰਮਾਣਾ ਸਾਹਿਬ ਮੈਂ ਥੋੜਾ ਜਿਹਾ ਕਰੈਕਟ ਕਰਨਾ ਚਾਹੁੰਦਾ ਜੀ। ਜਿਹੜਾ ਮਰਡਰ ਹੋਇਆ, ਦਾ ਪਲੇਸ ਆਫ ਮਰਡਰ ਵਾਜ਼ ਇਨ ਐਟ ਚੰਡੀਗੜ੍ਹ ਹੋਇਆ। ਬਾਦਲ ਸਾਹਿਬ ਦੇਖੋ ਜੀ ਮੇਰੇ ਬਿਕੋਜ਼ ਮੇਰੇ ਨਾਨਕੇ ਉਧਰਲੀ ਸਾਈਡ ਹੈ ਜੀ, ਉਧਰ ਹੀ ਪਿੰਡਾਂ ਮਾਲਵੇ ਸਾਈਡ, ਸੋ ਸਾਡੇ ਰਿਲੇਟਿਵਸ ਹੈ ਜੀ ਸਾਰੇ ਐਂਡ ਕੋਈ ਇਹਨਾਂ ਨਾਲ ਨਹੀਂ ਅਕਾਲੀਜ਼ ਨਾਲ, ਸਾਡੀ ਸਾਰਿਆਂ ਨਾਲ ਹੀ ਰਿਲੇਸ਼ਨਸ ਹੈ, ਕਲੋਜ਼ ਰਿਲੇਸ਼ਨਸ ਹੈ ਸਾਰਿਆਂ ਨਾਲ ਹੀ। ਸੋ ਥਿੰਗ ਵਾਜ਼ ਜਿਹੜੀ CBI ਦੀ ਇਨਕੁਆਇਰੀ ਹੈ ਭਾਜੀ, ਉਹ
ਦ ਰੀਜ਼ਨ ਬਿਹਾਈਂਡ ਵਾਜ਼ ਆਹ ਤਾਂ ਹੋਈ ਹੈ ਜੀ ਬਿਕੋਜ਼ ਸਿੱਪੀ ਦੇ ਜਿਹੜੇ ਯਾਰ ਦੋਸਤ ਸੀਗੇ, ਅਸੀਂ ਕੈਂਡਲ ਲਾਈਟ ਮਾਰਚਸ ਕੱਢੇ, UK ਕੱਢੇ, USA ਕੱਢੇ, ਬਿਕੋਜ਼ ਸਿੱਪੀ ਦੇ ਜਿਹੜੇ ਚਾਹੁਣ ਵਾਲੇ ਸੀਗੇ ਉਹਨਾਂ ਕਰਕੇ ਹੋਈ ਹੈ ਜੀ। ਇਹਨਾਂ ਕਿਸੇ ਕਰਕੇ ਨਹੀਂ ਹੋਈ ਕਿ ਜਿਵੇਂ ਇਹਨਾਂ ਦੇ ਵਕੀਲ ਸਾਹਿਬ ਵੀ ਐਂ ਕਹਿੰਦੇ ਹੋਣਗੇ ਕਿ ਕੋਈ ਇਨਫਲੂਐਂਸ ਸੀਗਾ, ਬਿਕੋਜ਼ ਮਰਡਰ ਤਾਂ ਜੀ ਚੰਡੀਗੜ੍ਹ ਹੋਇਆ, UT ਵਾਲੇ ਤਾਂ ਕਿਸੇ ਦੀ ਸੁਣਦੇ ਹੀ ਨਹੀਂ ਹੁੰਦੇ। ਐਂਡ ਉਹ ਤਾਂ ਫਿਰ ਅਲਟੀਮੇਟਲੀ ਜਦੋਂ ਅਸੀਂ ਕੈਂਡਲ ਲਾਈਟ ਮਾਰਚਸ ਕੱਢੇ ਤਾਂ ਜਿਹੜੇ ਗਵਰਨਰ ਸਾਹਿਬ ਸੀਗੇ ਇੱਥੇ ਐਡਮਿਨਿਸਟ੍ਰੇਟਰ ਸੀਗੇ UT ਦੇ, ਉਹਨਾਂ ਨੇ ਰਿਕਮੈਂਡ ਕੀਤੀ ਇਨਕੁਆਇਰੀ। ਹਾਂਜੀ, ਤੁਹਾਨੂੰ ਲੱਗਦਾ ਕਿ ਨਿਰਾਸ਼ ਵਾਲੀ ਗੱਲ ਜੀ ਹਾਂਜੀ ਜੀ ਜਿਹੜੀ ਤੁਸੀਂ ਨਿਰਾਸ਼ ਵਾਲੀ ਗੱਲ ਆਖੀ ਹੈ ਭਾਜੀ, ਦ ਥਿੰਗ ਵਾਜ਼ 12 ਤਰੀਕ ਨੂੰ ਚਾਰਜਸ਼ੀਟ ਫਾਈਲ ਹੋ ਜਾਂਦੀ ਹੈ, 13 ਤਰੀਕ ਨੂੰ ਆਰਡਰ ਦੇ ਦਿੰਦੇ ਹੈ ਜੱਜ ਸਾਹਿਬ। ਐਂਡ ਆਰਡਰ 'ਚ ਤੁਸੀਂ ਮੰਨੋਗੇ ਨਹੀਂ ਭਾਜੀ, ਚਾਰਜਸ਼ੀਟ ਪੜ੍ਹ ਕੇ ਨਹੀਂ ਦਿੰਦੇ। ਚਾਰਜਸ਼ੀਟ ਤਾਂ ਇੱਕ ਦਿਨ ਪਹਿਲਾਂ ਹੁੰਦੀ ਹੈ, ਚਾਰਜਸ਼ੀਟ ਦਾ ਤਾਂ ਕੋਈ ਵੇਰਵਾ ਹੀ ਨਹੀਂ ਪਾਇਆ ਆਰਡਰ 'ਚ। ਮੇਰੇ ਕੋਲੇ ਦੇਖੋ ਆਰਡਰ ਦੀ ਕਾਪੀ ਹੱਥ 'ਚ ਪਈ ਹੈ, 49 ਪੇਜ ਦਾ ਆਰਡਰ ਹੈ। ਸਾਡੇ ਦੀ ਜਿਹੜੇ ਐਡਵੋਕੇਟ ਸਾਹਿਬ ਹੈਗੇ ਉਹ RS ਬੈਨ ਸਾਹਿਬ ਹੈ, ਹੀ ਇਜ਼ ਅ ਹਿਊਮਨ ਰਾਈਟਸ ਲਾਇਰ। ਉਹਨਾਂ ਦੇ ਫਾਦਰ ਸਾਹਿਬ ਵੀ ਜਸਟਿਸ ਅਜੀਤ ਸਿੰਘ ਬੈਨ ਸੀਗੇ, ਹੀ ਵਾਜ਼ ਅ ਹਿਊਮਨ ਰਾਈਟਸ ਲਾਇਰ ਐਂਡ ਐਵਰੀਵਨ ਨੋਜ਼ ਇਨ ਚੰਡੀਗੜ੍ਹ। ਹੀ ਆਲਵੇਜ਼ ਸਟੈਂਡਸ ਬਾਈ ਦ ਟਰੁਥ ਜਿਹੜੀ ਵੀ ਗੱਲ ਹੈਗੀ ਹੈ। ਦ ਥਿੰਗ ਵਾਜ਼ ਇਹਨਾਂ ਨੇ ਜਿਹੜਾ ਆਰਡਰ ਦਿੱਤਾ ਹੈ ਨਾ, ਸਾਨੂੰ ਜਿਹੜਾ ਨਿਰਾਸ਼ਾ ਹੈਗੀ ਹੈ ਉਹ ਆਹ ਚੀਜ਼ ਹੈ, ਜਦੋਂ ਭਾਜੀ ਬੇਲ ਦੇਣੀ ਹੁੰਦੀ ਹੈ ਨਾ, ਆਈ ਮੀਨ ਜਦੋਂ ਬੇਲ ਦਾ ਹੀਅਰਿੰਗ ਹੁੰਦੀ ਹੈ ਨਾ, ਦ ਜੱਜ ਇਜ਼ ਨਾਟ ਸਪੋਜ਼ ਟੂ comment on the trial of, I mean on anything regarding the witnesses and anything। ਇਹਦੀ ਦੇਖੋ ਜੀ ਸੁਭਾਵਿਕ ਗੱਲ ਹੈ ਕਿ ਇਹਦੇ ਮਦਰ ਜਸਟਿਸ ਸਬੀਨਾ ਆਪ ਵਿੱਚ ਇਨਵੋਲਵਡ ਹੋਵੇ ਤਾਂ ਓਬਵੀਅਸਲੀ ਜਿਹੜਾ ਆਹ ਜਸਟਿਸ ਜਿਹੜੇ ਜੱਜ ਸਾਹਿਬ ਨੇ ਆਰਡਰ ਵੀ ਦਿੱਤਾ ਹੈ ਉਹ ਵੀ ਹਿਮਾਚਲ ਪ੍ਰਦੇਸ਼ ਤੋਂ ਆਏ ਹੈ। ਸੋ ਤੁਸੀਂ ਆਪ ਸਮਝ ਸਕਦੇ ਹੋ ਇਹਨਾਂ ਨੇ 49 ਦੇ ਪੇਜ ਦੇ ਆਰਡਰਸ ਜਿਹੜੇ ਸਾਡੇ ਬੈਨ ਸਾਹਿਬ ਨੇ, ਸਾਡੇ ਵਕੀਲ ਸਾਹਿਬ ਨੇ ਬਹਿਸ ਕੀਤੀ ਹੈ, ਉਹ 3-4 ਲਾਈਨਾਂ ਹੀ ਪਾਈਆਂ। ਸੋ ਕਹਿਣ ਦਾ ਮਤਲਬ ਉਹਨਾਂ ਦੇ ਵਕੀਲ ਦੀਆਂ ਤਾਂ ਜਿਹੜੀ ਡਿਫੈਂਸ ਕਾਉਂਸਲ ਨੇ ਬਹਿਸ ਕੀਤੀ ਉਹ ਸਾਰਾ ਹੀ ਕਾਪੀ ਪੇਸਟ ਕਰਤਾ ਰਿਪਲਾਈ ਉਹਨਾਂ ਦਾ। ਸਾਡੇ ਵਾਲੇ ਵਕੀਲ ਸਾਹਿਬ ਦਾ ਕੁਝ ਵੇਰਵਾ ਹੀ ਨਹੀਂ ਪਾਇਆ। ਐਂਡ ਬਾਕੀ ਮੈਂ ਤੁਹਾਡੇ ਚੈਨਲ ਥਰੂ ਦੱਸਣਾ ਚਾਹੁੰਦਾ, ਅਸੀਂ ਸਾਰਾ ਕੁਝ ਪਲੇਸ ਔਨ ਰਿਕਾਰਡ ਕੀਤਾ ਸੀਗਾ ਕਿ ਜਿਹੜਾ ਜਸਟਿਸ ਸਬੀਨਾ ਨੇ ਬੈਸਟ ਆਫ ਲੱਕ ਦਾ ਮੈਸੇਜ ਕੀਤਾ ਸੀਗਾ, ਜਿਹੜੀਆਂ ਨਿਊਡ ਪਿਕਚਰ ਸੀਗੀਆਂ ਇਹਦੇ ਰਿਸ਼ਤੇਦਾਰਾਂ ਨਾਲ, ਇਹਦੇ ਫਰੈਂਡਸ ਨਾਲ, ਉਹ ਵੀ ਅਸੀਂ ਲਾਈਆਂ ਸੀ, ਔਨ ਰਿਕਾਰਡ ਲਾਈਆਂ ਸੀ। ਬਿਕੋਜ਼ ਆਹ ਤਾਂ ਹੁਣ ਮੁੱਕਰ ਸਕਦੇ ਹੀ ਨਹੀਂ, ਬਿਕੋਜ਼ ਐਵਰੀਥਿੰਗ ਵਾਜ਼ ਔਨ ਰਿਕਾਰਡ। ਅਸੀਂ ਉਹ ਜੱਜ ਸਾਹਿਬ ਨੂੰ ਦਿੱਤੀਆਂ ਸੀਗੀਆਂ। ਸੋ ਵਾਈ ਹੀ ਡਿਡਨਟ ਮੈਂਸ਼ਨ ਇਨ ਦ ਜਜਮੈਂਟ। ਸੋ ਦਿਸ ਆਹ ਰੀਜ਼ਨ ਹੈ ਜੀ ਸਾਡਾ। ਜਿਹੜਾ ਦੇਖੋ ਜੀ, ਵੀ ਆਰ ਦ ਅਗਰੀਵਡ ਪਾਰਟੀ, ਵੀ ਹੈਵ ਦ ਰਾਈਟ ਟੂ ਆਸਕ ਦੈਮ, ਬਿਕੋਜ਼ ਮੇਰੇ ਮਾਤਾ ਜੀ ਅਗਰੀਵਡ ਪਾਰਟੀ ਹੈ, ਮੈਂ ਵਿਕਟਮ ਹੈ। ਸੋ ਦੇਖੋ ਜੀ, ਮੈਂ ਭਰਾ ਖੋਇਆ ਆਪਦਾ, ਵੱਡਾ ਭਰਾ, ਐਂਡ ਆਹ ਗੱਲਾਂ ਕਰਦੇ ਆ। ਸਾਨੂੰ ਤਾਂ ਦੇਖੋ ਜੀ ਸਰ ਨਾਲੋਂ ਉੱਤੇ ਵੱਡਾ ਰੱਬ ਉੱਤੇ ਬੈਠਾ ਹੈ, ਇਨਸਾਫ ਉਹ ਦੇਊਗਾ। ਐਂਡ ਦੂਜੀ ਗੱਲ, ਜਿਹੜੇ ਅਸੀਂ ਜਿਹੜੀ ਆ ਜਜਮੈਂਟ ਹੈ ਉਹ ਫੈਕਚੁਅਲੀ ਰੋਂਗ ਹੈ ਜੀ, ਬਿਕੋਜ਼ ਅਸੀਂ ਇਹਦੀ ਹੁਣ ਕੰਪਲੇਂਟ ਲਾਅ ਮਿਨਿਸਟਰ ਆਫ ਇੰਡੀਆ ਨੂੰ ਵੀ ਕਰਾਂਗੇ, ਹੋਮ ਮਿਨਿਸਟਰ ਸਾਹਿਬ ਨੂੰ ਵੀ ਕਰਾਂਗੇ, ਅਮਿਤ ਸ਼ਾਹ ਜੀ ਨੂੰ ਵੀ ਕਰਾਂਗੇ। ਅਸੀਂ ਚੀਫ ਜਸਟਿਸ ਆਫ ਇੰਡੀਆ ਤੋਂ ਵੀ ਟਾਈਮ ਲੈ ਰਹੇ ਹਾਂ, ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਵੀ ਲੈ ਰਹੇ ਹਾਂ। ਸੋ ਬੇਸਿਕਲੀ ਇਹਨਾਂ ਨੇ ਦੇਖੋ ਜੀ, ਜਦੋਂ ਜ਼ਮਾਨਤ ਦੇਣੀ ਹੁੰਦੀ ਹੈ ਨਾ, 5-7 ਪੇਜਾਂ ਦੀ ਆਰਡਰ ਹੁੰਦਾ ਹੈ, ਕਦੇ ਵੀ 50 ਪੇਜਾਂ ਦਾ ਆਰਡਰ ਨਹੀਂ ਹੁੰਦਾ। ਆਹ ਪ੍ਰਭਾਵ ਪਾਉਣਾ ਚਾਹੁੰਦੇ ਆ ਟਰਾਇਲ ਕੋਰਟ ਤੇ। ਹਾਂਜੀ, GP ਸਿੱਧੂ ਸਾਹਿਬ ਜਿਹੜੇ ਕਿ ਵਕੀਲ ਨੇ, ਇਹਨਾਂ ਦੇ ਵੱਡੇ ਭਾਈ ਸਾਹਿਬ CP ਸਿੱਧੂ ਕੁਝ ਵਰ੍ਹੇ ਪਹਿਲਾਂ ਉਹਨਾਂ ਦਾ ਕਤਲ ਹੋ ਗਿਆ ਸੀ ਚੰਡੀਗੜ੍ਹ ਦੇ 27 ਸੈਕਟਰ ਦੇ ਵਿੱਚ, ਔਰ ਇੱਥੇ ਉਹ ਹੋ ਕੇ ਗਏ ਸਨ, ਬਹੁਤ ਸਾਰੇ ਲੋਕਾਂ ਨੂੰ ਮਿਲ ਗਿਲ ਕੇ ਗਏ ਸਨ। ਔਰ ਜਦੋਂ ਉਹਨਾਂ ਦਾ ਕਤਲ ਹੋਇਆ, ਜਿਨ੍ਹਾਂ ਨੂੰ ਉਹ ਮੇਲ ਮਿਲਾਪ ਕਰਕੇ ਗਏ ਸੀਗੇ, ਉਹਨਾਂ ਨੂੰ ਇਹ ਗੱਲ ਬਹੁਤ ਮਹਿਸੂਸ ਹੋਈ ਅਤੇ ਇੱਥੇ ਕੈਂਡਲ ਲਾਈਟ ਵਿਜਲ ਵੀ ਹੋਇਆ, ਟਾਕ ਸ਼ੋਜ਼ ਵੀ ਹੋਏ ਕਿ ਇਹ ਕਤਲ ਜਿਹੜਾ ਬੇਸ਼ੱਕ ਆਪਸੀ ਰਿਸ਼ਤੇ ਦੀ ਕੜੱਤਣ 'ਚੋਂ ਹੋਇਆ, ਲੇਕਿਨ ਸ਼ਰੇਆਮ ਧੱਕਾ ਹੈਗਾ। ਔਰ ਦੋਹੇ ਪਰਿਵਾਰ ਤਕੜੇ ਨੇ। ਦੱਸਿਆ GP ਸਿੱਧੂ ਸਾਹਿਬ ਨੇ ਕਿ ਉਸ ਸਸਪੈਕਟ ਦੀ ਜਿਹੜੀ ਮਾਤਾ ਹੈਗੀ ਹੈ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਉਦੋਂ ਐਕਟਿੰਗ ਚੀਫ ਜਸਟਿਸ ਸੀਗੀ, ਹੁਣ ਵੀ ਉਹ ਜੱਜ ਨੇ। ਅਤੇ ਜਿਹੜੀ ਇਹ ਲੜਕੀ ਹੈ ਸਸਪੈਕਟ, ਇਹ ਪੜ੍ਹਾਉਂਦੀ ਹੈ ਚੰਡੀਗੜ੍ਹ ਦੇ ਕਿਸੇ ਕਾਲਜ 'ਚ, ਮੈਂ ਗਲਤ ਨਾ ਹੋਵਾਂ। ਕਤਲ ਬਹੁਤ ਦਰਦਨਾਕ ਹੋਇਆ ਕਰਦਾ ਹੈ ਔਰ ਆਪਸੀ ਰਿਸ਼ਤਿਆਂ ਮੁਹੱਬਤ ਦੇ ਵਿੱਚੋਂ ਪੈਦਾ ਹੋਈ ਕੜੱਤਣ ਜਿਹੜੀ ਹੈ, ਅਤੇ ਇਸ ਸਾਰੇ ਸਿਲਸਿਲੇ ਦੇ ਵਿੱਚ ਜਿਹੜੇ ਹੁੰਦੇ ਕਤਲ ਨੇ ਉਹ ਹੋਰ ਵੀ ਦੁਖਦਾਈ ਹੋਇਆ ਕਰਦੇ ਨੇ। ਕਤਲ ਹੋਏ ਪੁੱਤ ਕਦੇ ਨਹੀਂ ਭੁੱਲਦੇ, ਭਾਈ ਬਾਹਾਂ ਹੋਇਆ ਕਰਦੇ ਨੇ। ਪਰ ਇਹ ਚੰਡੀਗੜ੍ਹ ਦੇ ਵਿੱਚ 27 ਸੈਕਟਰ 'ਚ ਹੋਇਆ ਇਹ ਕਤਲ ਜਿਹੜਾ, ਇਹਦੀ ਗੂੰਜ ਅੱਜ ਤੱਕ ਪੈ ਰਹੀ ਹੈ ਔਰ ਬਹੁਤ ਸਾਰੇ ਲੋਕਾਂ ਨੇ ਇਹਨੂੰ ਬਾਰੀਕੀ ਦੇ ਨਾਲ ਵਾਚਿਆ ਹੈਗਾ। GP ਸਿੱਧੂ ਸਾਹਿਬ ਇਹਦਾ ਵਿਸਥਾਰ ਦੱਸ ਰਹੇ ਨੇ। GP ਸਿੱਧੂ ਸਾਹਿਬ ਜਿਹੜੇ ਕਿ CP ਸਿੱਧੂ ਦੇ ਛੋਟੇ ਭਾਈ ਨੇ, ਵਕੀਲ ਨੇ। ਇਹਨਾਂ ਦੇ ਪਿਤਾ ਜੀ ਵਕੀਲ ਸਨ, ਇਹਨਾਂ ਦੇ ਦਾਦਾ ਜੀ ਜੱਜ ਸਨ, ਔਰ ਮਾਲਵੇ ਦਾ ਇੱਕ ਬਹੁਤ ਹੀ ਜਾਣਿਆ ਮਾਣਿਆ ਪਰਿਵਾਰ ਹੈਗਾ ਜਿਹਦੀ ਕਿ ਸਰਕਾਰੀ ਦਰਬਾਰੇ ਚੱਲਦੀ ਹੈ। ਬਾਦਲ ਸਾਹਿਬ ਇਸ ਕਤਲ ਤੋਂ ਬਾਅਦ 2-3 ਵਾਰਾਂ ਪਰਿਵਾਰ ਦੇ ਨਾਲ ਥਾਪੜਾ ਦੇਣ ਆਏ, ਉਹਨਾਂ ਨੂੰ ਆਸਰਾ ਦੇਣ ਆਏ। ਲੇਕਿਨ ਦੂਜੇ ਬੰਨੇ ਵੀ ਜਿਹੜੀ ਸਸਪੈਕਟ ਲੜਕੀ ਹੈਗੀ ਹੈ, ਜਿਸ ਦੋਸ਼ ਲੱਗਦਾ ਕਿ ਉਹਨੇ ਕਤਲ ਕੀਤਾ ਸਿੱਪੀ ਦਾ,
ਉਹਦੀ ਮਾਤਾ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜੱਜ ਹੈ, ਪਿਤਾ ਵੀ ਵਕੀਲ ਹੈ, ਅਤੇ ਇਹ ਸਾਰੀ ਕਹਾਣੀ ਇਹਨਾਂ ਨੇ ਬਿਆਨ ਕੀਤੀ ਹੈ। ਇੱਕ ਦੋ ਸਵਾਲ ਜਾਂ ਟਿੱਪਣੀ ਤੁਹਾਡੇ ਮਨ 'ਚ ਕੋਈ ਐਸਾ ਸਵਾਲ ਆ ਰਿਹਾ ਹੋਵੇ, ਸੰਖੇਪ ਕਰਿਓ ਗੱਲ ਨੂੰ ਕਿਰਪਾ ਕਰਕੇ, ਤਾਂ ਆਪਾਂ ਸੁਣਦੇ ਹਾਂ ਤੁਹਾਡੇ ਕੋਲੋਂ ਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਅਮਰਜੀਤ ਸਿੱਧੂ ਸਾਹਿਬ। ਹਾਂਜੀ ਰਵਾਣਾ ਸਾਹਿਬ, ਤੁਹਾਨੂੰ ਤੇ ਇਹਨਾਂ ਵੀਰ ਜੀ ਨੂੰ, ਇਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲੀ ਗੱਲ ਤੇ ਇਹਨਾਂ ਨਾਲ ਹਮਦਰਦੀ ਹੈ ਜੀ ਬਹੁਤ ਜ਼ਿਆਦਾ, ਤੇ ਦੂਜੀ ਗੱਲ ਹੈ ਵੀ ਦੇਖੋ ਮੈਂ ਤੇ ਇਹਨਾਂ ਕਹਿਣਾ ਚਾਹੁੰਦਾ ਵੀ ਇਹਨਾਂ ਪੂਰੇ ਯਤਨ ਤੇ ਪੂਰੇ ਹਰ ਤਰ੍ਹਾਂ ਕਰਨੇ ਚਾਹੀਦੇ। ਇਹੋ ਜਿਹੇ ਲੋਕ ਜਿਹੜੇ ਇਸ ਤਰੀਕੇ ਦੇ ਨਾਲ ਕਤਲ ਕਰਦੇ ਨੇ, ਇਹ ਬਹੁਤ ਹੀ ਮਾੜੀ ਗੱਲ ਹੈ ਤੇ ਨਿੰਦਣਯੋਗ ਹੈ ਜੀ। ਮੈਂ ਇੰਨਾ ਕਹਿਣਾ ਚਾਹੁੰਦਾ। ਥੈਂਕ ਯੂ, ਬਹੁਤ ਮਿਹਰਬਾਨੀ। ਕਸਤੂਰੀ ਗੋਇਲ ਸਾਹਿਬ। ਹਾਂਜੀ ਨਮਸਕਾਰ ਜੀ। ਨਮਸਕਾਰ। ਸਤਿ ਸ਼੍ਰੀ ਅਕਾਲ। ਇਹਨਾਂ ਨੂੰ ਵੀ ਨਮਸਕਾਰ ਜੀ। ਤੇ ਬਈ ਮੇਰਾ ਤਾਂ ਸਿਰਫ ਇੱਕ ਤੁਹਾਡੀਆਂ ਜਿਹੜੀਆਂ ਗੱਲਾਂ 'ਚ ਡਾਊਟ ਹੈਗਾ ਕਿ ਜਦੋਂ ਤੁਹਾਡੇ ਕੁੜੀ ਦੇ ਰਿਲੇਸ਼ਨ ਮੁੰਡੇ ਨਾਲ 25-30 ਸਾਲ ਪੁਰਾਣੇ ਹੈਗੇ ਆ, ਤਾਂ ਇੱਕ ਦੂਜੇ ਦਾ ਘਿਓ ਖਿਚੜੀ ਹੋ ਜਾਣਾ ਇੱਕ ਕੋਈ ਵੱਡੀ ਗੱਲ ਨਹੀਂ ਹੁੰਦੀ, ਇੱਕ ਨੋਰਮਲ ਗੱਲ ਹੁੰਦੀ ਹੈ ਜੀ। ਤੇ ਕਈ ਵਾਰੀ ਕੀ ਹੁੰਦਾ ਹੈ, ਜਦੋਂ ਘਿਓ ਖਿਚੜੀ ਹੋ ਜਾਂਦੇ ਆ, ਕਈ ਵਾਰੀ ਲੜਕਾ ਉਸ ਗੱਲ ਤੋਂ ਭੱਜ ਜਾਂਦਾ ਜਿਹੜੀ ਗੱਲ ਕਿ ਉਸਨੇ ਉਸ ਵੇਲੇ ਉਸ ਨਾਲ ਕੀਤੀ ਹੁੰਦੀ ਹੈਗੀ ਹੈ, ਔਰ ਕਈ ਵਾਰੀ ਫਿਰ ਲੜਕੀ ਤੈਸ਼ ਦੇ ਵਿੱਚ ਆ ਕੇ ਵੀ ਇਹ ਕਦਮ ਚੱਕ ਸਕਦੀ ਹੈ। ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਹੇਮਾ ਮਾਲਿਨੀ ਦੀ ਇੰਟਰਵਿਊ ਸੀ, ਉਹਨੂੰ ਪੁੱਛਿਆ ਵੀ ਤੂੰ ਭਾਈ ਤੇਰੀ ਜਿਹੜੀ ਵਿਆਹ ਸੀ ਇਹ ਆਪਣਾ ਧਰਮਿੰਦਰ ਨਾਲ, ਤੂੰ ਕਿਉਂ ਕੀਤਾ? ਉਹ ਕਹਿੰਦੀ ਮੇਰੀ ਮਜਬੂਰੀ ਬਣ ਗਈ ਸੀ। ਸੋ ਇਸ ਕਰਕੇ ਕਈ ਵਾਰੀ ਕੋਈ ਇਨਸਾਨ ਦੀ ਮਜਬੂਰੀ ਬਣ ਜਾਂਦੀ ਆ। ਅਸੀਂ ਇਹ ਨਹੀਂ ਕਹਿੰਦੇ ਵੀ ਇਹ ਚੰਗਾ ਹੋਇਆ ਜਾਂ ਮਾੜਾ ਹੋਇਆ, ਅਸੀਂ ਕਹਿੰਦੇ ਜੋ ਹੋਇਆ ਇਹ ਮਾੜਾ ਹੋਇਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਸੋ ਕੋਈ ਵੀ ਪਰਿਵਾਰ ਹੈ ਉਹਦਾ ਹੋਣਾ, ਲੇਕਿਨ ਜਿਹੜਾ ਇਹ ਖਦਸ਼ਾ ਹੈਗਾ ਇਹ ਆਪਾਂ ਨੂੰ ਪ੍ਰਗਟ ਜ਼ਰੂਰ ਹੁੰਦਾ ਵੀ ਕੋਈ ਨਾ ਕੋਈ ਵਿੱਚੋਂ, ਕਿਉਂਕਿ ਆਪਣੇ ਕੋਲ ਕੋਈ ਪ੍ਰੂਫ ਨਹੀਂ ਹੈਗਾ। ਅਗਰ ਲੜਕਾ ਹੁੰਦਾ ਤਾਂ ਫਿਰ ਉਹ ਇਸ ਗੱਲ ਦਾ ਪ੍ਰੂਫ ਪੂਰਾ ਦੇ ਸਕਦਾ ਸੀ। ਬਸ ਆਹੀ ਚੀਜ਼ ਹੈ। ਥੈਂਕ ਯੂ ਵੈਰੀ ਮਚ ਜੀ। ਸੋ ਪ੍ਰੂਫ ਤਾਂ ਹੁਣ ਅਦਾਲਤੀ ਜਿਹੜਾ ਜਦੋਂ ਸਾਰੀ ਗੱਲਬਾਤ ਹੋਏਗੀ ਤੇ ਵਿੱਚ ਉਗੜ ਕੇ ਸਾਹਮਣੇ ਆਉਣਗੇ। ਸੋਢੀ ਸਾਹਿਬ ਕੀ ਕਹਿਣਾ ਚਾਹਣਗੇ? ਸੋਢੀ ਸਾਹਿਬ ਵਰਜੀਨੀਆ ਯੂਨਾਈਟਿਡ ਸਟੇਟਸ ਤੋਂ ਕਾਲ ਕਰ ਰਹੇ ਨੇ। ਹਾਂਜੀ, ਅਸੀਂ ਐਰੀਜ਼ੋਨਾ ਚ ਜੀ, ਫੀਨਿਕਸ ਦੇ ਵਿੱਚ। ਰਮਾਣਾ ਸਾਹਿਬ ਅਸੀਂ ਸਿੱਧੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਤੁਹਾਨੂੰ ਅਫਸੋਸ ਜ਼ਾਹਰ ਕਰਦਾ ਕਿ ਤੁਹਾਡੇ ਬ੍ਰਦਰ ਨਾਲ ਬੜੀ ਅਨਹੋਣੀ ਵਾਪਰੀ ਆ। ਦੂਜਾ ਮੇਰਾ ਸਵਾਲ ਹੈਗੇ ਤੁਹਾਨੂੰ ਸਿਰਫ ਦੋ। ਪਹਿਲਾ ਸਵਾਲ ਇਹਨਾਂ ਨੂੰ, ਸਿੱਧੂ ਸਾਹਿਬ ਨੂੰ ਸੰਭਾਲਨੇ, ਰਮਾਣਾ ਸਾਹਿਬ ਮੈਂ ਇਹਨਾਂ ਕੋਲ ਜਵਾਬ ਸੁਣਨਾ ਚਾਹਾਂਗਾ ਵੀ ਇੱਕ ਤੇ ਤੁਸੀਂ ਚੰਡੀਗੜ੍ਹ ਦੇ ਵਿੱਚ ਬੈਠੇ ਹੋ, ਹਾਈ ਫਾਈ ਫੈਮਿਲੀ ਹੋ, ਸਾਰੇ ਕਾਨੂੰਨ ਦੇ ਵਾਕਫ ਹੋ, ਵਕੀਲ ਹੋ, ਇਹ 8 ਸਾਲ ਹੋ ਗਏ ਕੇਸ ਦਾ ਅਜੇ ਫੈਸਲਾ ਕਿਉਂ ਨਹੀਂ ਹੋਇਆ? ਨੰਬਰ 1। ਨੰਬਰ 2 ਦੇ ਉੱਤੇ ਮੈਨੂੰ ਹੁਣੇ ਹੀ ਯੈਸ ਨੋ ਦੱਸ ਦਿਓ ਵੀ ਉਸ ਕੁੜੀ ਨੇ ਜੇਲ੍ਹ ਜਾਣ ਤੋਂ ਬਾਅਦ ਕੋਈ ਉਹਦੇ ਰਿਕਾਰਡ 'ਚ ਹੈਗਾ ਉਹਨੇ ਡਿਪਰੈਸ਼ਨ ਦੀ ਦਵਾਈ ਲਈ ਹੈ, ਕਿਸੇ ਡਾਕਟਰ ਨੇ ਉਹਨੂੰ ਟ੍ਰੀਟਮੈਂਟ ਦਿੱਤਾ ਕਿ ਨਹੀਂ ਦਿੱਤਾ? ਇਹ ਮੈਨੂੰ ਦੱਸੋ, ਫਿਰ ਮੇਰਾ ਅਗਲਾ ਕੁਐਸਚਨ ਬਣੇਗਾ। ਸਿੱਧੂ ਸਾਹਿਬ। ਹਾਂਜੀ ਹਾਂਜੀ। ਹੈਲੋ ਜੀ ਜਰ ਆਓ ਜੀ, ਆਓ। ਹਾਂਜੀ ਭਾਜੀ ਇੱਕ ਮਿੰਟ, ਕੁਐਸਚਨ ਆਵਾਜ਼ ਨਹੀਂ, ਹਾਂਜੀ ਰਿਪੀਟ ਕਰਿਓ। ਮੇਰਾ ਖਿਆਲ ਪਹਿਲਾ ਸਵਾਲ ਜਿਹੜਾ ਆਖਰੀ ਕਾਲਰ ਦੀ ਗੱਲ ਕਰਦੇ ਹਾਂ ਕਿ ਪਹਿਲਾ ਸਵਾਲ ਸੀਗਾ ਉਹਨਾਂ ਦਾ ਕਿ 8 ਸਾਲ ਦੀ ਦੇਰੀ ਕਿਉਂ, ਤੇ ਜੇਲ੍ਹ ਦੇ ਵਿੱਚ ਉਹ ਲੜਕੀ ਨੇ ਕਦੇ ਕੋਈ ਅਪੋਲੋਜੈਟਿਕ ਜਾਂ ਕੋਈ ਗਿਲਟੀ ਫੀਲ ਕੀਤਾ ਹੋਵੇ, ਤੁਹਾਨੂੰ ਪਤਾ ਹੋਵੇ, ਕੋਈ ਡਿਪਰੈਸ਼ਨ ਦੀ ਗੋਲੀ ਖਾਧੀ ਹੋਵੇ? ਵੀਰ ਜੀ ਦੇਖੋ 8 ਸਾਲ ਦੀ ਭਾਜੀ, ਦੇਖੋ ਸਾਰਿਆਂ ਨੂੰ ਪਤਾ ਹੈ ਹਿੰਦੁਸਤਾਨ ਹੈ ਭਾਜੀ, ਇੱਥੇ ਇਨਫਲੂਐਂਸ਼ੀਅਲ ਲੋਕਾਂ ਵਾਸਤੇ ਹੋਰ ਕਾਨੂੰਨ ਹੈ, ਆਮ ਬੰਦੇ ਵਾਸਤੇ ਹੋਰ ਕਾਨੂੰਨ ਹੈ। ਹੁਣ ਤੁਸੀਂ ਮੰਨੋਗੇ ਨਹੀਂ ਭਾਜੀ, 302 ਦਾ ਮਾਮਲਾ ਹੋਵੇ, 201 ਦਾ ਮਾਮਲਾ ਹੋਵੇ, 120B ਦਾ ਹੋਵੇ, 1.5-2 ਸਾਲ ਤੋਂ ਪਹਿਲਾਂ ਤਾਂ ਜ਼ਮਾਨਤ ਮਿਲਦੀ ਨਹੀਂ। ਸੋ ਅਸੀਂ ਤਾਂ ਆਪ ਉਹੀ ਰੋ ਰਹੇ ਹਾਂ ਕਿ ਦ ਥਿੰਗ ਵਾਜ਼ ਕਿ ਉਹਦੇ ਮਦਰ ਸਿਟਿੰਗ ਐਕਟਿੰਗ ਚੀਫ ਜਸਟਿਸ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ। ਐਂਡ ਭਾਜੀ ਦੂਜੀ ਗੱਲ, ਜਿਹੜਾ ਜੁਡੀਸ਼ਰੀ ਹੈ ਨਾ ਭਾਜੀ, ਇਹਨਾਂ ਦੇ ਬ੍ਰਦਰ ਸਿਸਟਰ ਜੱਜਿਸ ਦਾ ਬਹੁਤ ਵੱਡਾ ਨੈਕਸਸ ਹੈ। ਦੇ ਡੋਂਟ ਵਾਂਟ ਕਿ ਸਾਡੇ ਬ੍ਰਦਰ ਸਿਸਟਰ ਜੱਜਿਸ। ਮਾਫ ਕਰਨਾ, ਤੁਸੀਂ ਆਪਾਂ ਗੱਲ ਕਰ ਰਹੇ ਸੀਗੇ ਕਿ ਐਕਟਿੰਗ ਚੀਫ ਜਸਟਿਸ ਆਫ ਹਿਮਾਚਲ ਪ੍ਰਦੇਸ਼, ਨਾਟ ਪੰਜਾਬ ਹਰਿਆਣਾ ਹਾਈ ਕੋਰਟ। ਬਿਲਕੁਲ ਜੀ। ਐਕਚੁਅਲੀ ਜੀ ਭਾਜੀ ਜਦੋਂ ਮਰਡਰ ਹੋਇਆ ਸਿੱਪੀ ਵੀਰ ਦਾ, ਉਸ ਟਾਈਮ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੀਗੀ। ਉਸ ਤੋਂ ਬਾਅਦ ਅਸੀਂ ਐਪਲੀਕੇਸ਼ਨਸ ਦਿੱਤੀਆਂ ਲਾਅ ਮਿਨਿਸਟਰ ਆਫ ਇੰਡੀਆ ਨੂੰ, ਚੀਫ ਜਸਟਿਸ ਆਫ ਇੰਡੀਆ ਨੂੰ। ਉਹਨਾਂ ਨੇ ਫਿਰ ਇਹਦੀ ਬਦਲੀ ਕਰਤੀ ਹਿਮਾਚਲ ਨਹੀਂ ਰਾਜਸਥਾਨ ਕਰਤੀ ਪਹਿਲਾਂ, ਫਿਰ ਰਾਜਸਥਾਨ ਤੋਂ ਬਾਅਦ ਹੁਣ ਹਿਮਾਚਲ ਹੋਈ ਹੈ। ਹਾਂਜੀ, ਜਿਹੜਾ ਦੂਜਾ ਇਹਨਾਂ ਦਾ ਸਵਾਲ ਹੈ ਜੀ ਕਿ ਉਹ ਡਿਪਰੈਸ਼ਨ, ਉਹ ਜਿਹੜੀ ਗੱਲ ਹੈ ਉਹ ਸਾਨੂੰ ਹਜੇ ਕੋਈ ਨੌਲੇਜ ਨਹੀਂ ਹੈ ਜੀ। ਅਸੀਂ ਤਾਂ ਆਪ ਹੈਰਾਨ ਹੈ ਜੀ ਕਿ 302 ਦੇ ਮਾਮਲੇ 'ਚ 90 ਦਿਨ ਤੋਂ ਪਹਿਲਾਂ ਜ਼ਮਾਨਤ ਕਿਵੇਂ ਮਿਲ ਗਈ। ਹਾਂਜੀ, ਬਾਕੀ ਤੁਹਾਡੇ ਤੇ ਬੇਸਿਕਲੀ ਕਾਮੈਂਟਰੀ ਸੀਗੀ, ਕੋਈ ਉਹਦਾ ਸਵਾਲ ਨਹੀਂ ਸੀ ਪੁੱਛਿਆ ਗਿਆ। ਸੋ ਸੋਢੀ ਸਾਹਿਬ ਕੋਈ ਹੋਰ ਸਵਾਲ ਅਗਰ ਕਰਨਾ ਚਾਹੋ? ਸੋਢੀ ਸਾਹਿਬ
ਮੈਂ ਰਮਾਣਾ ਸਾਹਿਬ ਇਹੀ ਸਵਾਲ ਪੁੱਛਣਾ ਚਾਹੁੰਦਾ ਵੀ ਇਹਨਾਂ ਨੂੰ ਇਹ ਚੀਜ਼ ਪਤਾ ਕਰਨੀ ਚਾਹੀਦੀ ਆ। ਜੇ ਤੇ ਉਹ ਕੁੜੀ ਨੇ ਡਿਪਰੈਸ਼ਨ ਦੀ ਕੋਈ ਦਵਾਈ ਲਈ ਆ, ਕੋਈ ਡਾਕਟਰ ਨੇ ਉਹਨੂੰ ਟ੍ਰੀਟਮੈਂਟ ਦਿੱਤਾ, ਤੇ ਦੈਨ ਕਹਾਣੀ ਹੋਰ ਪਾਸੇ ਮੁੜ ਜਾਏਗੀ। ਅਦਰਵਾਈਜ਼ ਅੰਡਰ ਡਿਪਰੈਸ਼ਨ ਬੰਦਾ ਕਦੀ ਕਤਲ ਨਹੀਂ ਕਰਦਾ ਹੁੰਦਾ, ਉਹ ਖੁਦਕਸ਼ੀ ਕਰਦਾ ਹੁੰਦਾ ਹਮੇਸ਼ਾ। ਪਿਛਲਾ ਰਿਕਾਰਡ ਵੇਖ ਲਓ। ਖੈਰ ਵੱਖੋ ਵੱਖਰੇ ਪੱਧਰ ਤੇ ਵੱਖੋ ਵੱਖਰੀ ਜਿਹੜੀ ਦਲੀਲ ਇਹ ਜਦੋਂ ਵੇਖਣਗੇ ਜੇਲ੍ਹ ਦਾ ਰਿਕਾਰਡ, ਇਹਨਾਂ ਨੂੰ ਪਤਾ ਲੱਗ ਜਾਏਗਾ ਵੀ ਉਹਨੇ ਦਵਾਈ ਲਈ ਕਿ ਨਹੀਂ ਲਈ। ਇਹ ਵਕੀਲਾਂ ਦਾ ਵੇਖਣ ਦਾ ਕੰਮ ਹੈ। ਵਕੀਲ ਹੁਣ ਤਿਆਰੀਆਂ ਕਸੀ ਬੈਠੇ ਨੇ। ਤੁਸੀਂ ਦੋਹੇ ਬੰਨੇ ਦੇ ਵਕੀਲਾਂ ਨਾਲ ਗੱਲ ਕਰੋਗੇ ਤੇ ਕੇਸ ਤਾਂ ਹੁਣ ਮੈਰਿਟ ਦੇ ਆਧਾਰ ਤੇ ਹੀ ਫੈਸਲੇ ਹੁੰਦੇ ਨੇ, ਇਹਦੇ 'ਚ ਭਾਵਨਾਵਾਂ ਘੱਟ ਹੁੰਦੀਆਂ ਨੇ। ਸੋ ਜਿੱਪੀ, ਪਰਿਵਾਰ ਤੇ ਇਸ ਕਤਲ ਦਾ ਬੜਾ ਕਸੂਤਾ ਜਿਹਾ ਸਵਾਲ ਹੈ, ਪਰ ਫਿਰ ਵੀ ਮੈਂ ਕਰਨਾ ਚਾਹ ਰਿਹਾ ਕਿ ਮਾਤਾ ਜੀ ਦਾ, ਤੁਹਾਡਾ ਸਾਰੇ ਦਾ ਸਾਰਾ ਜਿਹੜਾ ਕੇਰਾ ਪਰਿਵਾਰ ਹਿੱਲ ਜਾਂਦਾ ਹੈ। ਮੈਂ ਜਾਣਨਾ ਚਾਹਾਂਗਾ ਕਿ ਮਾਤਾ ਜੀ ਦਾ ਕੀ ਹਾਲ ਹੈ, ਔਰ ਤੁਸੀਂ ਉਸ ਤੋਂ ਬਾਅਦ ਛੋਟੇ ਹੋ, ਤੁਸੀਂ ਸਿੱਪੀ ਤੋਂ ਵਕਾਲਤ ਕੀਤੀ ਹੈ ਔਰ ਸ਼ਾਦੀ ਹੋਈ ਹੈ ਤੁਹਾਡੀ ਆਪਣੀ ਜ਼ਿੰਦਗੀ ਵੀ ਹੈਗੀ ਹੈ। How hard do you think you are going to fight for the justice in the days to come? ਨਹੀਂ, ਪੂਰੀ ਚੜ੍ਹਦੀ ਕਲਾ ਹੈ ਭਾਜੀ, ਪੂਰੀ ਚੜ੍ਹਦੀ ਕਲਾ ਹੈ। ਦੇਖੋ ਮਾਤਾ ਜੀ ਕਈ ਵਾਰੀ ਡੋਲ ਜਾਂਦੇ ਹੈ, ਬਟ ਫੇਰ ਵੀ ਮੈਂ ਥੋੜਾ ਜਿਹਾ ਤੁਹਾਡੇ ਦਰਸ਼ਕਾਂ ਦੇ ਥਰੂ ਆ ਵੀ ਦੱਸਣਾ ਚਾਹਣਾ ਹੈ ਕਿ ਸਾਡਾ ਤਲਵੰਡੀ ਸਾਬੋ ਪਿੰਡ ਹੈ ਜੀ, ਐਂਡ ਤਖਤ ਸ਼੍ਰੀ ਦਮਦਮਾ ਸਾਹਿਬ ਪਿੰਡ ਹੈ। ਸਿੱਧੂ ਬਰਾੜ ਫੈਮਿਲੀ 'ਚੋਂ ਅਸੀਂ ਬਿਲੋਂਗ ਕਰਦੇ ਹਾਂ। ਨੋ ਡਾਊਟ ਬਹੁਤ ਮੁਸ਼ਕਿਲ ਟਾਈਮ ਕੱਢਿਆ ਜੀ ਅਸੀਂ, ਬਹੁਤ ਮੁਸ਼ਕਿਲ ਟਾਈਮ ਕੱਢਿਆ। 2008 'ਚ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਜਾਂਦੇ ਹੈ। ਬਿਕੋਜ਼ ਮੈਂ ਜੇ ਥੋੜ੍ਹੀ ਜਿਹੀ ਜੇ ਤੁਹਾਨੂੰ ਗੱਲ ਦੱਸਾਂ, ਜੇ ਆ ਕੇਸ ਦੇ ਰਿਗਾਰਡਿੰਗ ਗੱਲ ਕਰਾਂਗੇ, ਜੇ ਮੈਂ ਮਾਤਾ ਜੀ ਦੀ ਵੀ ਤੁਹਾਡੇ ਕਿਸੇ ਨਾਲ ਕਿਸੇ ਦਿਨ ਗੱਲ ਕਰਵਾਊਂਗਾ। ਮਾਤਾ ਜੀ ਦਾ ਆ ਤੁਹਾਡੀਆਂ ਲੰਬੀਆਂ ਗੱਲਾਂ ਹੈ, ਆ ਤਾਂ ਮੈਂ ਕਹਿਣਾ 7-8 ਘੰਟੇ ਲੱਗ ਜਾਣਗੇ ਗੱਲਾਂ ਕਰਦੇ ਕਰਦੇ। ਮਾਤਾ ਜੀ ਇਹਨਾਂ ਨੇ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਨਾ ਜੀ, ਤੁਸੀਂ ਮੰਨੋਗੇ ਨਹੀਂ, ਇਹਦਾ ਜਿਹੜਾ ਕਲਿਆਣੀ ਦਾ ਫਾਦਰ ਹੈ ਪਰਮਿੰਦਰ ਸਿੰਘ, ਉਹਦੀ ਝੋਲੀ 'ਚ ਡੈਥ ਹੋਈ ਹੈ। ਅੱਡੇ ਸਾਡੇ ਕਲੋਜ਼ ਰਿਲੇਸ਼ਨ ਸੀਗੇ ਇਹਨਾਂ ਨਾਲ। ਸੋ ਜਿਵੇਂ ਇਹਨਾਂ ਨੇ ਤਾਂ ਸੋਚ ਹੀ ਲਿਆ ਸੀਗਾ, ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਨਾ, ਇਹਨਾਂ ਨੂੰ ਸੀਗਾ ਕਿ ਬਸ ਆਹ 2 ਮੁੰਡੇ ਇਕੱਲੇ ਰਹਿ ਗਏ, ਮੇਰਾ ਬ੍ਰਦਰ ਤੇ ਅਸੀਂ ਦੋਨੇ ਇਕੱਲੇ ਰਹਿ ਗਏ। ਆਹ ਤਾਂ ਸਿੱਪੀ ਨੂੰ ਆਪਦਾ ਜਵਾਈ ਮੰਨੀ ਬੈਠੇ ਸੀਗੇ ਉਸ ਟਾਈਮ ਤੇ। ਹਾਂਜੀ, ਬਾਕੀ ਦੂਜੀ ਗੱਲ ਜੀ, ਤੁਹਾਡੇ ਸਾਰੇ, ਮੈਂ ਰਮਾਣਾ ਸਾਹਿਬ, ਆਈ ਐਮ ਰੀਅਲੀ ਥੈਂਕਫੁਲ ਟੂ ਆਲ ਦਾ ਦੋਸਤ ਮਿੱਤਰ, ਜਿੰਨੇ ਵੀ ਫਰੈਂਡ ਸਰਕਲ ਹੈਗੇ ਆ ਤੁਹਾਡੇ, ਕੈਨੇਡਾ ਬੈਠੇ ਆ, US ਬੈਠੇ ਆ, ਭਰਾਵਾਂ ਦਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਹੌਸਲਾ ਹੈ। ਬਿਕੋਜ਼ ਦੇਖੋ, ਯੂ ਆਰ ਦਾ 4th pillar ਆਫ ਦਾ ਡੈਮੋਕ੍ਰੇਸੀ ਆਲਸੋ ਜੀ, ਸੋ ਵੀ ਨੀਡ ਯੋਰ ਸਪੋਰਟ। ਐਂਡ ਭਾਜੀ ਇੱਕ ਮੈਂ ਥੋੜੀ ਜਿਹੀ ਗੱਲ ਕਰਨਾ ਚਾਹੂੰਗਾ, ਜਿਵੇਂ ਤੁਸੀਂ ਕਹਿੰਦੇ ਹੋ ਕਿ ਸਸਪੈਕਟ, ਸ਼ੀ ਇਜ਼ ਨੋਟ ਦਾ ਸਸਪੈਕਟ ਭਾਜੀ, ਸ਼ੀ ਹੈਜ਼ ਬੀਨ ਮੇਡ ਦਾ ਅਕਿਊਜ਼ਡ। ਜਦੋਂ ਚਾਰਜਸ਼ੀਟ ਫਾਈਲ ਹੋ ਜਾਂਦੀ ਹੈ ਉੱਤੇ ਉਹਨੂੰ ਅਕਿਊਜ਼ ਬਣਾ ਦਿੰਦੇ ਹੈ। ਹਾਂਜੀ ਜੀ ਬਿਲਕੁਲ, ਮੈਂ ਅਕਿਊਜ਼ ਮੈਨੂੰ ਕਹਿਣਾ ਚਾਹੀਦਾ ਸੀਗਾ, ਗੱਲ ਥੋੜੀ ਠੀਕ ਆ। ਪਰ ਥੋੜਾ ਜਿਹਾ ਹੋਰ, ਅਗਰ ਤੁਸੀਂ ਛੋਟੇ ਸੀਗੇ, ਪਰਿਵਾਰਾਂ ਦਾ ਆਪਸੀ ਨੇੜਤਾ ਦੀ ਗੱਲ, ਤੁਸੀਂ ਕਿਹਾ ਕਿ ਤੁਹਾਡੇ ਪਿਤਾ ਜੀ ਦੀ ਮੌਤ ਜਿਹੜੀ ਹੈ ਉਹ ਪਰਮਿੰਦਰ ਸਿੰਘ ਉਸ ਲੜਕੀ ਦੇ ਪਿਤਾ ਦੀ ਬੁੱਕਲ 'ਚ ਹੋਈ ਹੈ, ਯਾਨੀ ਬਹੁਤ ਜ਼ਿਆਦਾ ਨੇੜਤਾ ਸੀਗੀ, ਇੱਕ ਦੂਜੇ ਲਈ ਤੁਸੀਂ ਬੋੜਦੇ ਸੀਗੇ, ਖੜਦੇ ਸੀਗੇ। ਮੇਰੇ ਫਾਦਰ ਸਾਹਿਬ ਦੇ ਨਾਨਕੇ ਪਿੰਡ ਗਏ ਹੋਏ ਸੀਗੇ, ਉੱਥੇ ਘੁੰਮਣ ਫਿਰਨ ਗਏ ਹੋਏ ਸੀਗੇ ਉਦੋਂ। ਫਿਰ 2008 'ਚ 31 ਦਸੰਬਰ ਨੂੰ ਮੈਨੂੰ ਯਾਦ ਹੈ ਜੀ, ਉਸ ਦਿਨ ਨਿਊ ਈਅਰ ਵਾਲਾ ਦਿਨ ਸੀਗਾ, ਨਿਊ ਈਅਰ ਈਵ ਸੀਗੀ, ਉਸ ਦਿਨ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਹੈ। ਪਰਮਿੰਦਰ ਵੀ ਨਾਲ ਹੀ ਸੀਗਾ। ਹਾਂਜੀ, ਸੋ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਫਿਰ ਮਨ 'ਚ ਲਾਲਚ ਆ ਗਿਆ ਕਿ ਹੁਣ ਇਹ ਪਿਤਾ ਵਹੂਣੇ ਹੋ ਗਏ ਨੇ, ਹੁਣ ਆਪਾਂ ਇਹਨਾਂ ਦੇ ਨਾਲ ਰਿਸ਼ਤਾ ਕਾਇਮ ਕਰੀਏ। ਉਹਨਾਂ ਨੇ ਥੋੜ੍ਹਾ ਜਿਹਾ ਮੋਹ ਪਿਆਰ ਮੁਹੱਬਤ ਦੀ ਬਜਾਏ ਹੁਣ ਫਾਈਨੈਂਸ਼ਲੀ ਆਪਣੇ ਭਵਿੱਖ ਨੂੰ ਬਿਹਤਰ ਕਰਨਾ ਸੋਚਣਾ ਸ਼ੁਰੂ ਕਰ ਦਿੱਤਾ ਸੀ। ਲਾਲਚ ਕਹਿ ਲਓ ਜੀ, ਕੁਛ ਕਹਿ ਲਓ। ਦੇਖੋ ਲਾਲਚ ਦੀ, ਦੇਖੋ ਜੀ ਇਸ ਲਾਲਚ ਦੀ ਕੋਈ ਗੱਲ ਨਹੀਂ ਹੈ। ਦ ਥਿੰਗ ਵਾਜ਼ ਕਿ ਅਸੀਂ ਇਕੱਲੇ ਰਹਿ ਗਏ ਸੀਗੇ ਉਸ ਟਾਈਮ ਸਾਡਾ, ਬਿਕੋਜ਼ ਜਿਵੇਂ ਹੁਣ ਜਦੋਂ ਸਾਡੇ ਤੇ ਐਡੀ ਵੱਡੀ ਮੁਸੀਬਤ ਪੈਂਦੀ ਹੈ ਤਾਂ ਓਬਵੀਅਸਲੀ ਬੰਦਾ ਸਾਰਿਆਂ ਨਾਲੋਂ ਜ਼ਿਆਦਾ ਆਪਦੇ ਫਾਦਰ ਸਾਹਿਬ ਦੇ ਫਰੈਂਡਸ ਕੋਲ ਹੀ ਜਾਂਦਾ ਹੈ। So what I am trying to say, Ramana Sahab, what I am trying to say was ਕਿ 2008 ਤੋਂ ਬਾਅਦ, ਫਾਦਰ ਦੀ ਡੈਥ ਤੋਂ ਬਾਅਦ, ਇਹਨਾਂ ਦਾ ਜਿਹੜਾ ਰਿਸ਼ਤਾ ਸੀਗਾ ਉਹ ਹੋਰ ਮਜ਼ਬੂਤ ਹੋ ਗਿਆ। I hope you are trying to understand me ਭਾਜੀ। The thing was, ਉਹਨਾਂ ਦਾ ਜਦੋਂ ਫਾਦਰ ਸਾਹਿਬ ਪੂਰੇ ਹੋ ਗਏ, ਇਹਨਾਂ ਦਾ ਆਉਣਾ ਜਾਣਾ ਸਾਡੇ ਹੋਰ ਹੋ ਗਿਆ ਪਰਿਵਾਰ 'ਚ। ਪਰ ਤੁਹਾਨੂੰ ਲੱਗਦਾ ਸੀ ਕਿ ਜਿਹੜੀ ਇਸ ਲੜਕੀ ਕਲਿਆਣੀ ਦਾ ਤੇ ਸਿੱਪੀ ਦਾ ਆਪਸੀ ਰਿਸ਼ਤਾ ਵੀ ਹੁਣ ਹੋਰ ਨੇੜਤਾ ਵਾਲਾ ਹੋ ਗਿਆ ਸੀਗਾ, ਇਹ ਤੁਹਾਨੂੰ ਲੱਗਦਾ ਕਿ ਉਹ ਕਲਿਆਣੀ ਦੀ ਮਾਤਾ ਤੇ ਪਿਤਾ ਦੇ ਵਿੱਚ ਕੁਝ ਯੋਗਦਾਨ ਸੀਗਾ ਇਹਦਾ, ਉਹਨਾਂ ਦੀ ਸਹਿਮਤੀ ਨਾਲ ਹੀ ਹੋ ਰਿਹਾ ਸੀ ਸਾਰਾ ਕੁਝ? ਬਿਲਕੁਲ ਜੀ ਬਿਲਕੁਲ, ਉਹਨਾਂ ਦੀ ਸਹਿਮਤੀ ਨਾਲ। ਬਿਕੋਜ਼ ਮੈਂ ਤਾਂ ਤੁਹਾਨੂੰ ਰਮਾਣਾ ਸਾਹਿਬ ਆ ਵੀ ਗੱਲ ਕਹਿਣਾ, ਜੇ ਮੇਰੇ ਫਾਦਰ ਸਾਹਿਬ ਹੁੰਦੇ, ਇਹਨਾਂ ਦੀ ਹਿੰਮਤ ਨਹੀਂ ਸੀਗੀ ਆ ਸਟੈਪ ਲੈਂਦੇ। ਇਹਨਾਂ ਨੂੰ ਪਤਾ ਚੱਲ ਗਿਆ ਕਿ ਆ ਹੁਣ ਮਾਂ ਪੁੱਤ ਇਕੱਲੇ ਰਹਿ ਗਏ, ਇਹਨਾਂ ਨੇ ਆਹ ਕੀਤਾ।
ਹਾਂਜੀ ਦੂਜੀ ਭਾਈ ਗੱਲ ਜੀ ਜਿਹੜੀ ਤੁਸੀਂ ਸਮਾਂ ਗੱਲ ਕਹਿ ਰਹੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਿਆ ਤੁਸੀਂ ਔਰ ਫੇਰ ਵੀ ਤੁਹਾਡਾ ਸੰਪਰਕ ਕਰਾਂਗੇ। ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਜੀ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਪਲੀਜ਼ ਸਾਡੇ ਨਾਲ ਖੜੇ ਹੋ, ਸੱਚਾਈ ਦੇ ਨਾਲ ਖੜੇ ਹੋ ਪਲੀਜ਼। This is Sherry Punjab Radio AM 600 Vancouver.